चंद दसवें गोविंद सिंह गुरु नमो चरण अरविंद। श्री गुर शब्द कमाए जन जीते पंच विकार। तिन संतन को बंदना सिर चरणन पर तार। एकंकारा सतगुरु तिह प्रसाद सच होय। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोय। वाहिगुरु साहिब जियो जाफत देन हेत सावधाना। समुख सिपर एह पातर नाना। गोरी गन जन शक्कर पारे। खपरे मन हो जलेब उतारे। जाफत देन हेत सावधाना। वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जी अमृत वेले का सुंदर दीवान सज रहा है। गुरबाणी स्वरूप सतगुरु साहिब जी की प्रकाश सेवा नाल ही गुरबाणी का जाप गुरबाणी का कीर्तन होया है। छेवें पातशाह सतगुरु हरगोबिंद साहिब जी इतिहास चलिया होया। आपां संगत रूप भी जुड़ के पढ़ सुन के लाहा लै रहे हाँ। जिस तरह लला बेग काबल का सूबा शाहजहां का प्रेरिया होया 35,000 फौजां का इकट्ठा करके गुरु हरगोबिंद साहिब जी के ऊपर चढ़ाई करके आया। वो प्रसंग प्रारंभ होया होया है। कल के दीवान विच इस तरह लाहौर तो चलते हुए शाहजहां के स्नेहे अनुसार भी रस्ते विच किते बहुता समा टिकना नहीं है, क्योंकि तुहाडे दिल मट करन नाल ऐसा हो सकता है कि गुरु हरगोबिंद साहिब जी ये खबर सार सुन के भी साडे उपर 35,000 चढ़ के आ रहा है। वो किते जंगल वाल भी जा सकते है जिथे पानी की घाट हो, पानी ना मिले, फिर भी ललावे साडा कोई बस नहीं होना पहुंचना है। इस करके चुप चपातिया तेजी छेती जाके छापा मारना है। चंगी गल तो यही होएगी भी उन्होंने जाने पकड़ के गिरफ्तार करके इत्थे लियाना है। जे ऐसा ना होए फिर जांदिया नहीं छड़ना, मार के आना है। ये गल नूं सुन के फिर ललावे तेजी नाल चल रहा सी। हरी के पत्तन आ गया है। रात के समय भी टिके नहीं है। सारी रात ही 35,000 फौजां दा दल है।
ਇਹ ਛੇਤੀ ਤਾਂ ਪਾਰ ਹੋ ਨਹੀਂ ਸਕਣਾ ਸੀ। ਇਸ ਤਰ੍ਹਾਂ ਉਹ ਪਾਰ ਹੁੰਦਿਆਂ ਹੁੰਦਿਆਂ ਕਾਫੀ ਸਮਾਂ ਲੱਗ ਗਿਆ ਹੈ ਤੇ ਇਧਰ ਕਾਂਗੜ ਦੇ ਵਿੱਚ ਜੋਧ ਰਾਏ ਦੀ ਜਿਹੜੀ ਘਰਵਾਲੀ ਹੈ ਕਿਸੇ ਸਿਆਣੇ ਗੁਰਸਿੱਖ ਦੀ ਲੜਕੀ ਸੀ। ਇਹ ਅੰਮ੍ਰਿਤ ਵੇਲੇ ਥਾਲ ਦੇ ਵਿੱਚ ਮੋਤੀ ਜੀ ਪਾਏ ਧਰਤੀ ਤੇ ਰੱਖੇ ਤੇ ਉਹ ਕੰਬ ਰਹੇ, ਹੌਲੀ ਹੌਲੀ ਹਿਲਚੁਲ ਕਰ ਰਹੇ। ਖਿਆਲ ਕੀਤਾ ਵੀ ਕੋਈ ਐਸਾ ਤਾਂ ਹੈ ਨਹੀਂ ਆਸੇ ਪਾਸੇ ਕੋਈ ਹਵਾ ਜਾਂ ਹੋਰ ਕੋਈ ਕਾਰਨ ਜਿਸ ਕਰਕੇ ਇਹ ਮੋਤੀ ਹਿਲ ਰਹੇ। ਕਾਰਨ ਕੀ ਹੈ? ਫਕੀਰ ਸਿਆਣੀ ਸੀ। ਇਹ ਜਿਹੜਾ ਸ਼ਾਹਜਹਾਂ ਹੈ ਉਹ ਗੁੱਸੇ ਹੋਇਆ, ਉਹਨੇ ਫੌਜਾਂ ਦਾ ਦਲ ਬਹੁਤਾ ਭੇਜਿਆ ਹੋਣਾ ਹੈ ਪਰ ਧਰਤੀ ਉੱਪਰ ਘੋੜਿਆਂ ਦੇ ਪੌੜ ਵੱਜ ਰਹੇ ਤੇ ਹੋਰ ਜਿਹੜੇ ਰਾਹ ਉਹਨਾਂ ਦੇ ਪਹੀਏ ਚੱਲ ਰਹੇ ਹੈ ਤੇ ਪੈਦਲ ਸੂਰਬੀਰ ਤੇਜ਼ੀ ਚੱਲ ਰਹੇ, ਘੋੜ ਸਵਾਰ ਆ ਰਹੇ ਹੈ, ਜਿਸ ਕਰਕੇ ਧਰਤੀ ਕੰਬ ਰਹੀ, ਹਿਲਚੁਲ ਕਰ ਰਹੀ ਹੈ। ਇਸ ਕਰਕੇ ਫਿਰ ਸਤਿਗੁਰੂ ਜੀ ਨੂੰ ਪਤਾ ਕਰ ਦਿੱਤਾ ਜਾਏ। ਆਪਣੇ ਵੱਲੋਂ ਆਪਣੇ ਪਤੀ ਜੋਧ ਰਾਏ ਕੋਲ ਕੋਈ ਸੁਨੇਹਾ ਦੇਣ ਲਈ ਇਹਨੇ ਭੇਜ ਦਿੱਤਾ ਸੀ। ਉਹਨੇ ਆ ਕੇ ਸਾਰੀ ਗੱਲਬਾਤ ਦੱਸੀ ਵੀ ਤੁਹਾਡੀ ਪਤਨੀ ਉਹ ਕਹਿ ਰਹੀ ਹੈ ਵੀ ਫੌਜ ਛੇਤੀ ਆ ਰਹੀ ਹੈ। ਜੋਧ ਰਾਏ ਨੇ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਬਚਨ ਕੀਤਾ ਕਿ ਮਹਾਰਾਜ ਇਸ ਤਰ੍ਹਾਂ ਮੇਰੀ ਘਰਵਾਲੀ ਨੇ ਅੰਦਾਜ਼ਾ ਲਾਇਆ ਹੈ। ਉਹ ਕਹਿ ਰਹੀ ਹੈ ਵੀ ਫੌਜ ਬੜੀ ਤਕੜੀ ਆ ਰਹੀ ਹੈ, ਆਪ ਸਾਵਧਾਨ ਹੋ ਲੋ, ਛੇਤੀ ਆ ਜਾਏਗੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਅਸੀਂ ਤਾਂ ਬਿਲਕੁਲ ਪੂਰੇ ਤਿਆਰ ਪ੍ਰਤਿਆਰ ਬੈਠੇ हैं, ਉਡੀਕ ਕਰ ਰਹੇ हैं। ਜਿਵੇਂ ਕੋਈ ਬਰਾਤ ਆ ਰਹੀ ਹੋਵੇ ਨਾ, ਉਹਨੂੰ ਕੋਈ ਉਹ ਪ੍ਰੀਤੀ ਭੋਜਨ ਦੀ ਟੀ ਪਾਰਟੀ ਲਈ ਉਡੀਕਦਾ ਹੁੰਦਾ ਵੀ ਆ ਜਾਣ ਤੇ ਉਹਨੂੰ ਮਠਿਆਈਆਂ ਖਵਾ ਦੇਈਏ। ਅਸੀਂ ਤਾਂ ਉਹਨਾਂ ਮੂੰਹ ਚਾਸ਼ਾ ਨਾਲ ਉਡੀਕ ਰਹੇ ਵੀ ਆ ਜਾਣ, ਉਹਨਾਂ ਨੂੰ ਆ ਕੁਝ ਦੇ ਦਈਏ ਜ਼ਿਆਫਤ, ਆ ਕਰ ਦਈਏ ਟੀ ਪਾਰਟੀ, ਆ ਪ੍ਰੀਤੀ ਭੋਜਨ ਖਵਾ ਦਈਏ। ਉਹ ਕਿਹੜਾ ਸੀ ਭੋਜਨ ਖਵਾਇਆ? ਉਹ ਕਵੀ ਸੰਤੋਖ ਸਿੰਘ ਜੀ ਨੇ ਬੜੇ ਸੋਹਣੇ ਢੰਗ ਨਾਲ ਹੀ ਬਿਆਨ ਕੀਤਾ ਹੈ। ਉਹ ਜਿਵੇਂ ਵੀ ਪ੍ਰਸੰਗ ਆ ਰਿਹਾ ਸੀ ਸੁਣੀਏ ਮਨ ਲਾ ਕੇ। ਜਾਫਤ ਦੇਨ ਹੇਤ ਸਾਵਧਾਨਾ। ਗੁਰੂ ਹਰਗੋਬਿੰਦ ਸਾਹਿਬ ਜੀ ਜੋਧ ਰਾਏ ਤੋਂ ਸੁਣ ਕੇ ਬੋਲੇ, ਕਹਿਣ ਲੱਗੇ ਵੀ ਅਸੀਂ ਤਾਂ ਜਿਹੜਾ 35,000 ਫੌਜਾਂ ਦਾ ਦਲ ਚੜ ਕੇ ਆ ਰਿਹਾ, ਸਮਝ ਲਓ ਬਰਾਤ ਹੀ ਆ ਰਹੀ ਹੈ। ਇਹ ਸਾਰਿਆਂ ਨੂੰ ਕਹਿੰਦੇ ਪ੍ਰੀਤੀ ਭੋਜਨ ਦੇਣ ਵਾਸਤੇ ਸਾਵਧਾਨ ਹੋਏ ਬੈਠੇ, ਤਿਆਰ ਪ੍ਰਤਿਆਰ ਹੋਏ ਬੈਠੇ ਹਾਂ। ਸਮੁਖ ਸਿਪਰ ਇਹ ਪਾਤਰ ਨਾਨਾ। ਇਹ ਜੋਧ ਰਾਏ ਤੂੰ ਕਹੇ ਵੀ ਕਿਹੜੀ ਜ਼ਿਆਫਤ ਕਰਨੀ ਹੈ, ਕਿਹੜਾ ਟੀ ਪਾਰਟੀ ਕਰਨੀ, ਕਿਹੜਾ ਭੋਜਨ ਦੇਣਾ ਹੈ, ਲੈ ਤੈਨੂੰ ਦੱਸਦੇ ਆ। ਸਮੁਖ ਸਿਪਰ ਇਹ ਪਾਤਰ ਨਾਮਾ। ਔਰ ਜਿੰਨੇ ਸਾਡੇ ਸੂਰਬੀਰਾਂ ਕੋਲ ਢਾਲਾਂ ਲਈਆਂ ਹੋਈਆਂ ਨਾ, ਜਦੋਂ ਜੰਗ ਜਦੋਂ ਸ਼ੁਰੂ ਹੋਏਗਾ ਸਾਹਮਣੇ ਕਹਿੰਦੇ ਢਾਲਾਂ ਕਰਨਗੇ ਤੇ ਕਹਿੰਦੇ ਜਿਹੜੇ ਢਾਲਾਂ ਹਨ ਤਰ੍ਹਾਂ ਤਰ੍ਹਾਂ ਦੇ ਭਾਂਡੇ ਹੀ ਹੋਣਗੇ, ਜੋ ਥਾਲ ਰੱਖੇ ਹੁੰਦੇ ਨਾ, ਕਹਿੰਦੇ ਜਿਹੜੇ ਸੂਰਬੀਰਾਂ ਦੇ ਹੱਥਾਂ ਵਿੱਚ ਢਾਲਾਂ ਹੈ ਇਹ ਭਾਂਡੇ ਹੋਣਗੇ। ਗੋਰੀ ਗਨ ਜਨ ਸ਼ਕਰ ਪਾਰੇ। ਫਿਰ ਉਹਨਾਂ ਢਾਲਾਂ ਰੂਪ ਭਾਂਡਿਆਂ ਦੇ ਵਿੱਚ ਮਠਿਆਈਆਂ ਕਿਹੜੀਆਂ ਕਿਹੜੀਆਂ ਪਾਈਆਂ ਹੋਣਗੀਆਂ। ਕਹਿੰਦੀਆਂ ਜਿਹੜੀਆਂ ਸੂਰਬੀਰਾਂ ਕੋਲੇ ਗੋਲੀਆਂ ਨਾ, ਬੰਦੂਕਾਂ ਦੀਆਂ, ਪਿਸਤੌਲਾਂ ਦੀਆਂ, ਇਹ ਕਹਿੰਦੇ ਇਹਨਾਂ ਕੋਲੇ ਸ਼ੱਕਰ ਪਾਰੇ ਇਕੱਠੇ ਕੀਤੇ ਹੋਏ ਤਿਆਰ ਕਰੇ। ਬਰਾਤੀਆਂ ਨੂੰ ਆਉਂਦੇ ਆ ਟੀ ਪਾਰਟੀ, ਸ਼ੱਕਰ ਪਾਰੇ, ਮਠਿਆਈਆਂ ਖਵਾਈਆਂ ਜਾਂਦੀਆਂ ਨਾ। ਮਹਾਰਾਜ ਕਹਿੰਦੇ ਆ ਜਿਹੜੀਆਂ ਸਮੂਹ ਗੋਲੀਆਂ ਹੈ ਨਾ, ਇਹ ਸਾਰੇ ਉਹਨਾਂ ਵਾਸਤੇ ਛਕਣ ਵਾਸਤੇ ਸ਼ੱਕਰ ਪਾਰੇ ਤਿਆਰ ਕੀਤੇ ਹੋਏ। ਖਪਰੇ ਮਨਹੋ ਜਲੇਬ ਉਤਾਰੇ। ਆ ਵੱਡੇ ਵੱਡੇ ਜਿਹੜੇ ਚੌੜੇ ਫਲਿਆਂ ਵਾਲੇ ਆ ਤੀਰ ਨੇ,
ਇਹ ਕਹਿੰਦੇ ਇਹ ਹੁਣ ਸਮਝ ਲਾ ਵੀ ਜਿਵੇਂ ਵੱਡੇ ਵੱਡੇ ਜਲੇਬ ਹਲਵਾਈਆਂ ਨੇ ਲਾ ਕੇ ਰੱਖੇ ਹੋਣ। ਆਏ ਚੌੜੇ ਚੌੜੇ ਫਲਾਂ ਵਾਲੇ ਜਿਹੜੇ ਤੀਰ ਨੇ ਮਾਨੋ ਜਲੇਬ ਉਤਾਰ ਕੇ ਬਣਾ ਕੇ ਰੱਖੇ ਹੋਏ ਛਕਾਉਣੇ ਉਹਨਾਂ ਨੂੰ। ਚੱਕਰ ਬਕਰ ਘੇਵਰ ਗਨ ਦੈ ਹੈ। ਹੋਰ ਜਿਹੜੇ ਸਿੱਖ ਸੂਰਬੀਰਾਂ ਕਰ ਕਹਿੰਦੇ ਕਿ ਟੇਢੇ ਚੱਕਰ ਹਨ ਘੁਮਾ ਘੁਮਾ ਕੇ ਚਲਾਉਣਗੇ। ਇਹ ਮਾਨੋ ਕਹਿੰਦੇ ਘੇਵਰ ਮਠਿਆਈ ਹੋਵੇਗੀ। ਇਸ ਤਰ੍ਹਾਂ ਉਹ ਵੱਡੀ ਸਾਰੀ ਹੁੰਦੀ ਹੈ, ਬਹੁਤੀ ਖੰਡ ਜੇ ਨਾਲ ਬਣਾਈ ਹੁੰਦੀ ਹੈ, ਉਹਨੂੰ ਘੇਵਰ ਕਹਿੰਦੇ ਨੇ। ਇਹ ਜਿਵੇਂ ਆ ਬਰਫੀ ਵੀ ਕਈ ਤਰ੍ਹਾਂ ਦੀ ਹੁੰਦੀ ਨਾ, ਕੋਈ ਖੋਏ ਦੀ ਬਣੀ ਹੁੰਦੀ ਹੈ, ਕੋਈ ਉਹ ਦੁੱਧ ਜਾ ਪਾੜ ਕੇ ਬਣਾਈ ਹੁੰਦੀ ਬਰਫੀ, ਉਹਨੂੰ ਕਹਿੰਦੇ ਕਲੀ ਕੰਦ। ਇਹ ਡੋਡੀ ਹੈ ਕਹਿੰਦੇ ਇਸ ਤਰ੍ਹਾਂ ਜਿਹੜੇ ਟੇਢੇ ਚੱਕਰ ਘੁਮਾ ਘੁਮਾ ਕੇ ਉਹਨਾਂ ਨੂੰ ਮੋਹਣਗੇ ਨਾ, ਇਹ ਕਹਿੰਦੇ ਉਹਨਾਂ ਨੂੰ ਮਠਿਆਈ ਦਿੱਤੀ ਜਾਵੇਗੀ ਜਿਹਦਾ ਨਾਮ ਘੇਵਰ ਹੋਵੇਗਾ। ਵੱਡੇ ਸੁਹਾਰ ਕਿਰਪਾਨ ਖੁਆਏ ਹੈ। ਹਾਂ ਜਿਹੜੀਆਂ ਤਿੱਖੀਆਂ ਕਿਰਪਾਨਾਂ ਹੈ ਨਾ, ਕਹਿੰਦੇ ਇਹ ਕਹਿੰਦੇ ਵੱਡੀਆਂ ਸੁਹਾਰੀਆਂ ਉਹਨਾਂ ਨੂੰ ਛਕਾਵਾਂਗੇ। ਉਹ ਤਿੰਨ ਕੋਣਿਆਂ ਦੀਆਂ ਜਿਹੜੀਆਂ ਕੋਈ ਭੂਰੀਆਂ ਜਿਹੀਆਂ ਬਣੀਆਂ ਹੁੰਦੀਆਂ ਨਾ ਮੈਦੇ ਦੀਆਂ, ਕਹਿੰਦੇ ਉਹ ਮੈਦੇ ਦੀਆਂ ਤਿੰਨ ਕੋੜੀਆਂ ਜਿਹੜੀਆਂ ਭੂਰੀਆਂ ਹਨ ਮਾਨੋ ਜਿਹੜੀਆਂ ਸੂਰਬੀਰਾਂ ਦੇ ਹੱਥਾਂ ਵਿੱਚ ਕਿਰਪਾਨਾਂ ਜੀਆਂ ਫੜੀਆਂ ਜਦੋਂ ਮਾਰਨਗੇ, ਕਿਰਪਾਨਾਂ ਚਲਾਉਣਗੇ, ਮਾਨੋ ਕਹਿੰਦੇ ਤਿੰਨ ਕੋਣਿਆਂ ਵਾਲੀਆਂ ਭੂਰੀਆਂ ਛਕਾਉਣਗੇ ਉਹਨਾਂ ਨੂੰ। ਕਹਿ ਵਿਦਿਆ ਜਬ ਹੀ ਹੈ ਲਿਆਇਓ। ਉਸ ਵੇਲੇ ਵਿਧੀ ਕੰਨ ਜੀ ਕਹਿਣ ਲੱਗੇ ਮਹਾਰਾਜ ਜਦੋਂ ਤੋਂ ਮੈਂ ਘੋੜਾ ਲੈ ਕੇ ਆਇਆ ਹਾਂ ਤਬ ਕੇ ਤਿਆਰ ਚਹਿਤ ਹੈ ਤਾਇਓ। ਉਦੋਂ ਤਾਂ ਮਹਾਰਾ ਉਦੋਂ ਤੋਂ ਹੀ ਉਹ ਕਹਿੰਦੇ ਧਾਵਾ ਕਰਨ ਲਈ ਵਾ ਤਿਆਰ ਹੋਏ ਖੜੋਤੇ ਵਾਈ ਜਾਣਾ। ਨਹਿ ਬਿਲ ਮਹਿ ਰਿਪ ਆਵਨ ਮਾਹੀ। ਵਿਧੀ ਚੰਦ ਕਹਿਣ ਲੱਗਾ ਇਸ ਕਰਕੇ ਮਹਾਰਾਜ ਜਿਹੜਾ ਸ਼ਾਹਜਹਾਂ ਦਾ ਬੈਰੀ ਦਾਲ ਆ ਉਹਨੇ ਆਉਣ ਵਿੱਚ ਹੁਣ ਕੋਈ ਦੇਰੀ ਨਹੀਂ ਕਰਨੀ, ਆਇਆ ਹੀ ਜਾਣਾ। ਆਵਹਿ ਸ਼ਾਹ ਕੇ ਲਸ਼ਕਰ ਤਾਹੀ। ਸ਼ਾਹ ਤੁਹਾਰਾ ਗੁੱਸੇ ਵਿੱਚ ਭਰਿਆ ਸ਼ਾਹਜਹਾਂ ਹੀ ਆ ਜਾਏ ਆਪ, ਨਹੀਂ ਤਾਂ ਫੌਜਾਂ ਦਾ ਦਲ ਤਾਂ ਫਿਰ ਉਸਦਾ ਆ ਹੀ ਜਾਵੇਗਾ। ਮਗ ਮਹਿ ਨਹਿ ਸੁਧ ਹੈ ਅਬ ਕਹਾ। ਵਿਧੀ ਚੰਦ ਕਹਿਣ ਲੱਗਾ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਰਸਤੇ ਵਿੱਚ ਕਿੱਥੇ ਹਨ ਬੈਰੀ ਦਾ ਦਲ, ਇਹ ਨਹੀਂ ਹੁਣ ਕੋਈ ਖਬਰਸਾਰ ਹੈ ਸਾਨੂੰ। ਬਿਨਾ ਬਿਲਮ ਪਹੁੰਚਾਂਗੇ ਇਹਾਂ। ਹਾਂ ਜੇ ਮੈਂ ਮਾਰਾ ਕਹਿ ਸਕਦਾ ਵੀ ਉਹਨਾਂ ਢਿੱਲ ਮੱਠ ਨਹੀਂ ਕਰਨੀ, ਦੇਰੀ ਨਹੀਂ ਕਰਨੀ, ਬਿਨਾ ਦੇਰੀ ਤੋਂ ਇੱਥੇ ਸਿੱਧੇ ਪੁੱਜਣਾ ਹੈ। ਸ੍ਰੀ ਹਰਗੋਬਿੰਦ ਦ੍ਰਿਸ਼ਟ ਚਲਾਏ। ਉਸ ਵੇਲੇ ਵਿਧੀ ਚੰਦ ਤੋਂ ਐਸਾ ਕੁਝ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੈਠਿਆਂ ਬੈਠਿਆਂ ਆਪਣੀ ਇਧਰ ਉਧਰ ਨਿਗਾਹ ਚਲਾਈ। ਬਹਿਲੋ ਕੋ ਬੂਝਤ ਬਿਕਸਾਏ। ਥੋੜਾ ਜਿਹਾ ਹੱਸ ਕੇ ਭਾਈ ਬਹਿਲੋ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਛਣ ਲੱਗ ਪਏ ਹਨ ਭੂਤ ਪ੍ਰੇਤ ਚਾਰੋਂ ਦਿਸ਼ ਕੇਰੇ। ਮਹਾਰਾਜ ਕਹਿੰਦੇ ਭਾਈ ਬਹਿਲੋ ਆ ਜਿਹੜੇ ਭੂਤ ਹੈ ਪ੍ਰੇਤ ਹੈ ਜਖ ਹੈ ਔਰ ਡਣਾ ਡੁਣਾ ਜੀਆਂ ਜਿੰਨੀਆਂ ਚਾਰੇ ਤਰਫਾਂ ਦੀਆਂ ਹਨ, ਸ੍ਰੀ ਗੁਰ ਬਸੀ ਕਰੇ ਸਭ ਤੇਰੇ। ਇਹ ਭਾਈ ਬਹਿਲੋ ਜਦੋਂ ਤੂੰ ਅੰਮ੍ਰਿਤ ਸਰੋਵਰ ਦੀ ਮਹਾਨ ਕਾਰ ਸੇਵਾ ਕੀਤੀ ਸੀ, ਗੁਰੂ ਅਰਜਨ ਦੇਵ ਮਹਾਰਾਜ ਨੇ ਖੁਸ਼ ਹੋ ਕੇ ਇਹ ਜਿੰਨੀਆਂ ਗੋਤਰੂਆਂ ਸਾਰੇ ਤੇਰੇ ਅਧੀਨ ਕੀਤੀਆਂ ਹੋਈਆਂ ਹਨ। ਤਿੰਨ ਤੇ ਸੁਧ ਮੰਗਵਾਏ ਸੁਨਾਵ। ਕਹਿੰਦੇ ਉਹ ਜਿਹੜੇ ਭੂਤ ਪ੍ਰੇਤ ਜੇ ਉਹਨਾਂ ਨੂੰ ਭੇਜ ਕੇ ਨਾ ਤੇ ਤੂੰ ਬਈ ਫੌਜਾਂ ਦੇ ਦਿਲ ਦੀ ਖਬਰੀ ਮੰਗਾ ਦੇ। ਜਹ ਲਸ਼ਕਰ ਅਬ ਤਹਾਂ ਬਤਾਵੋ। ਜਿੱਥੇ ਇੱਕ ਫੌਜਾਂ ਦਾ ਦਲ ਹੁਣ ਹੈ ਉਹ ਥਾਂ ਹੁਣ ਬਈ ਦੱਸ। ਸੁਨ ਬਹਿਲੋ ਇੱਕ ਪ੍ਰੇਤ ਤਵਾਇਓ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਮਹਾਰਾਜ ਤੋਂ ਸੁਣ ਕੇ ਭਾਈ ਬਹਿਲੋ ਗੁਰਸਿੱਖ ਨੇ ਇੱਕ ਪ੍ਰੇਤ ਨੂੰ ਭੇਜਿਆ ਉਸ ਤਰਫ ਨੂੰ। ਮਨ ਸਮ ਬੇਗ ਕਰਤ ਸੁਧ ਲਿਆਇਓ। ਜਿਵੇਂ ਕਹਿੰਦੇ ਮਨ ਚੰਚਲ ਹੈ ਨਾ, ਮਨ ਦੌੜਦਾ ਐਂ ਜਾ ਕੇ ਝਟਪਟੀ ਖਬਰ ਲੈ ਆਇਆ ਹੈ। ਬਾਤਨ ਕਰਤ ਤਹਾਂ ਤਬ ਕਹਿਓ। ਹਾਂ ਗੱਲਾਂ ਬਾਤਾਂ ਹੀ ਕਰ ਰਹੇ ਸੀ, ਉਸੇ ਵੇਲੇ ਆ ਕੇ ਪ੍ਰੇਤ ਨੇ ਭਾਈ ਬਹਿਲੋ ਜੀ ਨੂੰ ਦੱਸਤਾ ਤੇ ਸਤਿਗੁਰੂ ਜੀ ਨੂੰ ਇਹ ਦੱਸ
ਦੱਸਣ ਲੱਗਿਆ ਹੈ। ਪ੍ਰਭ ਜੀ ਸਲਤਾ ਤਟ ਅਬ ਲਹਿਓ। हे गुरु हरगोबिंद ਸਾਹਿਬ ਜੀ, ਫੌਜਾਂ ਦਾ ਦਲ ਹਰੀ ਕੇ ਪੱਤਣ ਨਦੀ ਦੇ ਕਿਨਾਰੇ ਦੇਖਿਆ ਗਿਆ ਹੈ। ਸਾਰੇ ਦਿਵਸ ਚੱਲੇ ਹੀ ਆਏ। ਖਬਰ ਲੈ ਕੇ ਆਇਆ ਮਹਾਰਾਜ, ਇੱਕ ਜੋ ਸਾਰਾ ਦਿਨ ਉਹ ਰਸਤੇ ਵਿੱਚ ਚਲੇ ਆਏ, ਤੁਰੇ ਹੀ ਆਏ ਹਨ। ਨਿਸਾ ਭਰੀ ਬਹੁਤਾਂ ਥਿਰਾਏ। ਰਾਤ ਬਹੁਤੀ ਪੈਣ ਕਰਕੇ ਮਾੜਾ ਮੋਟਾ ਜਿਹਾ ਅਗਲੇ ਕਿਨਾਰੇ ਤੇ ਆ ਕੇ ਟਿਕੇ ਹਨ। ਕੇਤਿਕ ਪਾਰ ਉਰਾਰ ਕਿਤੇਕ। ਮਹਾਰਾਜ ਖਬਰ ਲੈ ਕੇ ਆਇਆ, ਕੋਈ ਤਾਂ ਉਰਲੇ ਪਾਸੇ ਆ ਗਿਆ, ਕੁਝ ਜੇ ਪਾਰਲੇ ਪਾਸੇ ਹੀ ਹੈ। ਕੇਤਿਕ ਨੌਕਾ ਚੜੇ ਅਨੇਕ। ਕੋਈ ਅਨੇਕਾਂ ਜਿਹੜੇ ਸੂਰਬੀਰ ਬਹਾਦਰ ਗਿਲਜੇ ਪਠਾਨ ਹੈ, ਉਹ ਬੇੜੀਆਂ ਵਿੱਚ ਚੜਿਆ, ਉਹ ਆ ਰਹੇ ਆ ਤਰਕੇ। ਥਕਤ ਥਿਰੇ ਸੋ ਸੁਪਤ ਪਰੇ ਹੈ। ਕਈ ਜਿਹੜੇ ਪਹਿਲਾਂ ਆ ਗਏ ਆ, ਕਹਿੰਦੇ ਥੱਕ ਗਏ ਹਨ, ਜਿਸ ਕਰਕੇ ਉਹ ਲੰਮੀਆਂ ਤਾਣ ਕੇ ਸੁੱਤੇ ਵੀ ਪਏ ਹੋਏ। ਕੋ ਸ਼ਰਾਬ ਕਰ ਪਾਨ ਗਿਰੇ ਹੈ। ਕਈ ਮਹਾਰਾਜ ਖਬਰ ਆਈ ਹੈ ਵੀ ਸ਼ਰਾਬਾਂ ਸ਼ਰੂਬਾਂ ਜੀਆਂ ਪੀ ਕੇ ਬੇਹੋਸ਼ ਹੋ ਕੇ ਡਿੱਗੇ ਪਏ ਉੱਥੇ। ਕੇਤਕ ਮਿਲੇ ਬਹੁ ਪਾਵਕ ਜਾਰੀ। ਕਈ ਕਹਿੰਦੇ ਮਹਾਰਾਜ ਮਿਲ ਗਏ, ਇਕੱਠਿਆਂ ਹੋ ਗਏ, ਉਹਨਾਂ ਨੇ ਉੱਥੇ ਅੱਗ ਵੀ ਬਾਲੀ ਹੋਈ ਹੈ। ਲੱਗਿਓ ਸੀਤ ਬਹੁ ਕੰਪਾ ਧਾਰੀ। ਕਿਉਂਕਿ ਪੌਦਾ ਮਹੀਨਾ ਨਦੀ ਦੇ ਕਿਨਾਰੇ ਪਾਲਾ ਲੱਗਿਆ ਤੇ ਇਸ ਕਰਕੇ ਅੱਗਾਂ ਸੇਕ ਰਹੇ। ਘਰ ਪੱਗ ਸੁਨ ਭਏ ਜਿਨ ਕੇਰੇ। ਇਹਨਾਂ ਸੂਰਬੀਰਾਂ ਦੇ ਠੰਡ ਕਰਕੇ ਹੱਥ ਪੈਰਾਂ ਸੁੰਨੇ ਹੋ ਗਏ ਹਨ। ਸਲਤਾ ਤਟ ਕਰ ਸੀਤ ਕਨੇਰੇ। ਕਿਉਂਕਿ ਨਦੀ ਦਾ ਕਿਨਾਰਾ ਹੋਣ ਕਰਕੇ ਉੱਥੇ ਜ਼ਿਆਦਾ ਸਰਦੀ ਹੈ, ਜ਼ਿਆਦਾ ਠੰਡ ਲੱਗ ਰਹੀ ਹੈ। ਸੁਨ ਭਾਈ ਬਹਿਲੋ ਤੇ ਬੈਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਬਹਿਲੋ ਗੁਰਸਿੱਖ ਤੋਂ ਐਸਾ ਬਚਨ ਸੁਣ ਕੇ ਪਰੀ ਨਦੀ ਤਟ ਸਗਰੀ ਸੈਨ। ਇਹ ਪਤਾ ਲੱਗਿਆ ਵੀ ਨਦੀ ਦੇ ਕਿਨਾਰੇ ਉੱਪਰ ਇਹ ਜੇ ਸਾਰੀ ਸੌ ਜਿਹੜੀ ਪਈ ਹੋਈ ਹੈ, ਟਿਕੀ ਹੋਈ ਹੈ। ਜੋਧ ਆਦ ਸਭ ਅਚਰਜ ਮਾਨਿਓ। ਜੋਧ ਰਾਏ ਤੋਂ ਲੈ ਕੇ ਸਾਰਿਆਂ ਨੇ ਸੁਣ ਕੇ ਬੜੇ ਚਰਜੀ ਮੰਨਿਆ, ਹੈਰਾਨ ਹੀ ਹੋ ਗਏ ਹਨ। ਸ੍ਰੀ ਹਰਗੋਬਿੰਦ ਬਾਹਰ ਬਖਾਨਿਓ। ਵੀ ਮਿੰਟੀ ਨਹੀਂ ਲੱਗਿਆ, ਝਾਟੀ ਇਹਨੇ ਦੱਸ ਦਿੱਤਾ ਵੀ ਇਹ ਬੜੇ ਇਹਦੇ ਕੋਲ ਇਹੋ ਜਿਹੇ। ਇਹਨਾਂ ਨੇ ਹਵਾ ਸਮਾਨ ਜਾ ਕੇ ਖਬਰ ਲਿਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹਿਲੋ ਨੂੰ ਫੇਰ ਕਿਹਾ, ਆਪ ਤੂੰ ਪ੍ਰੇਤ ਪਠਾਵਹ ਕੋਈ। ਮਹਾਰਾਜ ਕਹਿੰਦੇ ਲੈ ਵੀ ਭਾਈ ਬਹਿਲੋ, ਹੁਣ ਤੂੰ ਹੋਰ ਕੋਈ ਨਾ ਕੋਈ ਪ੍ਰੇਤ ਉੱਥੇ ਭੇਜ ਦੇਣਾ ਕਰ। ਮਿਲਿਓ ਰਹਿ ਤਿਸ ਲਸ਼ਕਰ ਜੋ ਸੋਈ। ਜਿਹੜਾ ਸ਼ਾਹਜਹਾਂ ਦਾ 35,000 ਦਲ ਆ ਰਿਹਾ, ਉਹਦੇ ਵੀ ਤੇਰਾ ਪ੍ਰੇਤ ਜਾ ਮਿਲਿਆ ਜੁੜਿਆ ਰਹੇ ਗੁਪਤ ਰੂਪ ਹੋ ਕੇ। ਜਬ ਹੋਏ ਕੂਚ ਬਤਾਵਹਿ ਆਏ। ਜਦੋਂ ਉੱਥੇ ਫੌਜਾਂ ਦਾ ਦਲ ਕੂਚ ਹੋ ਜਾਏ, ਚਾਲੇ ਮਾਰ ਦੇਣ, ਉਹ ਆ ਕੇ ਝਟਪਟ ਇੱਥੇ ਦੱਸ ਦੇਵੇ। ਬਨ ਸਾਵਧਾਨ ਰਹਿ ਸਮਦਾ। ਇਸ ਕਰਕੇ ਵੀ ਸਾਡੇ ਸੂਰਵੀਰਾਂ ਸਾਵਧਾਨ ਬਣ ਠਣ ਕੇ ਰਹਿਣ। ਡੇਢ ਜਾਮ ਜਾਮਨੀ ਗਈ। ਇਸ ਤਰ੍ਹਾਂ ਦੀ ਗੱਲਬਾਤ ਕਰਦਿਆਂ ਕਰਦਿਆਂ 1.5 ਪੈਰ ਰਾਤ ਜਿਹੜੀ ਚਲੀ ਗਈ ਸੀ। ਇਹ ਬਾਤੈ ਸਤਿਗੁਰ ਸਭ ਕਈ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜੋਧ ਰਾਏ ਤੇ ਬਹਿਲੋ ਨਾਲ ਵਿਧੀ ਚੰਦ ਨਾਲ ਸਤਿਗੁਰੂ ਨੇ ਕੀਤੀਆਂ ਕਤਰੀਆਂ। ਕਰ ਨਿਸਚੈ ਪੁਨ ਪੌੜ ਪਰਿਅੰਕ। ਭਰੋਸਾ ਕਰ ਲੈ ਵੀ ਫੌਜ ਤਾਂ ਜੇ ਹਰੀ ਕੇ ਪੱਤਣ ਹੈ, ਕੁਝ ਪਾਰ ਲੰਘੇ ਆ, ਕੁਝ ਲੰਘ ਰਹੇ ਆ, ਕੁਝ ਪਾਰਲੇ ਪਾਸੇ ਉਧਰ ਹੀ ਬੈਠੇ, ਹਜੇ ਤਾਂ ਸਮਾਂ ਲੱਗਣਾ, ਜਿਸ ਕਰਕੇ ਸੌਂ ਗਏ ਹਨ। ਸੁਖ ਸੋ ਸੁਪਤੇ ਬਿਨਾ ਅਤੰਕ। ਬਿਨਾਂ ਕਿਸੇ ਡਰ ਤੋਂ ਸੁਖ ਨਾਲ ਸਾਰੇ ਬਰਾਜ ਗਏ ਹਨ। ਨਿਜ ਨਿਜ ਡੇਰੇ ਸਭ ਚੱਲ ਗਏ। ਆਪੋ ਆਪਣੇ ਜਿੱਥੇ ਕਿੱਥੇ ਸੂਰਵੀਰਾਂ ਨੇ ਤੰਬੂ ਲਾਏ ਸੀ, ਉਸ ਤਰਫ ਨੂੰ ਚਲੇ ਗਏ ਹਨ। ਅਰਧ ਸੁਬਟ ਸਾਵਧਾਨੀ ਕਏ। ਫੇਰ ਵੀ ਉਹਨਾਂ ਵਿੱਚੋਂ ਅੱਧੇ ਕਤਾਂ ਸੌ ਗਏ, ਅੱਧੇ ਕਹਿੰਦੇ ਸਾਵਧਾਨ ਰਹੇ ਹਨ। ਅਰਧ ਸੁਪਤ ਭੇ ਨਿੰਦਰਾ ਪਾਈ। ਅੱਧੇ ਸੌ ਗਏ ਹਨ, ਉਹਨਾਂ ਨੇ ਨੀਂਦ ਪਾ ਲਈ, ਅੱਧੇ ਪਹਿਰਾ ਦੇਣ ਲੱਗ ਪਏ। ਜਾਗੇ ਪ੍ਰਭ ਪ੍ਰਭਾਤ ਹੋਏ ਆਈ। ਜਦੋਂ ਸਵੇਰ ਹੋਇਆ ਹੀ ਹੈ, ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਰੂਪ ਜਾਗ ਪਏ ਨੇ। ਸੋਚ ਇਸ਼ਨਾਨ ਆਦ ਸਭ ਕੀਨ। ਪਹਿਲਾ ਸੋਚਾ ਚਾਰ ਦਾਤਨ ਕਰਲਾ ਮਨਾਦਾਨ ਦੀ ਕਿਰਿਆ, ਉਸ ਤੋਂ ਬਾਅਦ ਇਸ਼ਨਾਨ
ਇਸ਼ਨਾਨ ਕਰ ਲਿਆ ਹੈ। ਸੁਨ ਕਰ ਆਸਾ ਵਾਰ ਪ੍ਰਬੀਨ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਵਿੱਚ ਬੈਠ ਕੇ ਆਸਾ ਦਾ ਵਾਰ ਦਾ ਕੀਰਤਨ ਹੋ ਰਿਹਾ ਉਹ ਸੁਣੀ ਜਾ ਰਹੇ। ਬੈਠੇ ਹੋਤੇ ਸਕਲ ਚਲ ਆਏ। ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਵਿੱਚ ਬੈਠੇ ਸੀ, ਬਾਕੀ ਵੀ ਸਿੱਖ ਸੂਰਵੀਰ ਚੱਲ ਚੱਲ ਕੇ ਆ ਗਏ ਹਨ। ਸੋਬਟ ਮਸੰਦ ਸਿੱਖ ਇਹਨਾਂ ਵਿੱਚ ਸਮੁਦਾਇ। ਬੇਅੰਤ ਸੂਰਵੀਰ ਹੈ, ਗੁਰੂ ਕੇ ਸਿੱਖ ਵੀ ਹੈ, ਮਸੰਦ ਵੀ ਹਨ। ਗੁਰ ਕੇ ਕਾਹੇ ਭੂਤਨੀ ਪਹਿਲਵਾਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿਣ ਕਰਕੇ ਭਾਈ ਬਹਿਲੋ ਜੀ ਨੇ ਪਾਠੀ ਨਿਸਾ ਮਹਿ ਸੁਧ ਹਿਤ ਬਹਿਲੋ। ਭਾਈ ਬਹਿਲੋ ਜੀ ਨੇ ਕਹਿੰਦੇ ਇੱਕ ਜਿਹੜੀ ਭੂਤਨੀ ਜੀ ਆ ਉਹ ਸਾਰੀ ਖਬਰ ਲੈਣ ਵਾਸਤੇ ਪਹਿਲਾਂ ਹੀ ਉਧਰ ਨੂੰ ਭੇਜ ਦਿੱਤੀ ਹੋਈ ਸੀ। ਜਬ ਲਸ਼ਕਰ ਕੋ ਹੋਵਹਿ ਕੂਚ। ਭੂਤਨੀ ਨੂੰ ਕਹਿ ਕੇ ਭੇਜਿਆ ਵੀ ਜਦੋਂ ਫੌਜਾਂ ਦਾ ਦਲ ਦੇ ਇੰਦਰ ਵੱਲ ਨੂੰ ਕੂਚ ਹੋ ਜਾਣ, ਇਧਰ ਨੂੰ ਉਹ ਚੱਲ ਪੈਣ। ਤਬ ਸੁਧ ਦੇਹ ਇਤ ਆਏ ਪਹੁੰਚ। ਤੂੰ ਵੀ ਉਸ ਵੇਲੇ ਕਹਿੰਦੇ ਉੱਥੋਂ ਚੱਲ ਕੇ ਇੱਥੇ ਪੁੱਜ ਕੇ ਮੈਨੂੰ ਖਬਰ ਦੇ ਦੇਣੀ ਹੈ। ਸੋ ਤੁਰ ਕਨ ਕੇ ਦਲ ਮਹਿ ਗਈ। ਭਾਈ ਬਹਿਲੋ ਜੀ ਦੇ ਕਹਿਣ ਕਰਕੇ ਉਹ ਜਿਹੜੀ ਭੂਤਨੀ ਜੀ ਆ ਫੌਜਾਂ ਦੇ ਦਲ ਦੇ ਵਿੱਚ ਚਲੀ ਗਈ। ਸੁਧ ਹਿਤ ਬੀਚ ਪ੍ਰਫੇਸ਼ਤ ਭਈ। ਖਬਰਸਾਰ ਦੇਣ ਵਾਸਤੇ ਇਹਨਾਂ ਦੇ ਦਲ ਦੇ ਵਿੱਚ ਹੀ ਉਹ ਵੜ ਗਈ ਹੈ। ਤਾਹਾ ਹੁਤੋ ਇੱਕ ਪਠਤ ਮੁਲਾਣਾ। ਉੱਥੇ ਕਹਿੰਦੇ ਇਹਨਾਂ ਦੇ ਦਲ ਦੇ ਵਿੱਚ ਭੂਤ ਵਿਦਿਆ ਪੜਿਆ ਹੋਇਆ ਕੋਈ ਮੁਲਾਣਾ ਹੈ ਸੀ। ਭੂਤਨ ਵਿਦਿਆ ਬਿਖੈ ਮਹਾਨਾ। ਇਸ ਤਰ੍ਹਾਂ ਭੂਤ ਵਿਦਿਆ ਵਿੱਚ ਬੜਾ ਤਕੜਾ ਸਿਆਣਾ ਸੀ, ਉਹਨੂੰ ਪਤਾ ਲੱਗ ਜਾਂਦਾ ਸੀ ਵੀ ਇੱਥੇ ਕਿਹੜਾ ਕਿਹੜਾ ਫਿਰਦਾ ਹੈ। ਇਹ ਵੀ ਇੱਕ ਵਿਦਿਆ ਹੈ, ਇਹ ਕਰ ਲੈ ਤੇ ਉਹਨੂੰ ਇਹ ਪਤਾ ਲੱਗ ਜਾਂਦਾ। ਜਿਵੇਂ ਉਹ ਲੜਾਈ ਕੇ ਕਲਿਆਣ ਸਰ ਇੱਕ ਮੁਰਾਰੀਦਾਰ ਸੰਤ ਸੀ, ਉਹਦੇ ਆ ਭੂਤ ਪਾਲ ਜੇ ਬੜੇ ਬਸ ਕੀਤੇ ਹੋਏ ਸੀ। ਦਿਨੇ ਹੀ ਜਾਣੀ ਗਿੱਧਾ ਪੈਂਦਾ ਰਹਿੰਦਾ ਸੀ, ਖੜਕਾ ਦੜਕਾ ਹੁੰਦਾ ਸੀ। ਇਸ ਤਰ੍ਹਾਂ ਜਦੋਂ ਸੰਤ ਬਾਬਾ ਸੁੰਦਰ ਸਿੰਘ ਜੀ ਗਏ, ਨਗਰ ਦੇ ਲੋਕਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਡੇ ਨਗਰ ਵਿੱਚ ਗੁਰਦੁਆਰਾ ਹੈ ਨਹੀਂ ਹੈ ਤੇ ਬਾਹਰ ਝਿੜੀ ਵਿੱਚ ਬਹੁਤ ਸਤਿਆ ਵਾਲੀ ਸ਼ਕਤੀ, ਉੱਥੇ ਸਾਧੂ ਰਹਿੰਦਾ ਹੈ। ਉਹਨੂੰ ਕਈ ਵਾਰੀ ਬੇਨਤੀ ਕੀਤੀ, ਉਹ ਹੂਹਾ ਨਹੀਂ ਕਰਦਾ ਹੈ। ਅਸੀਂ ਚਾਹੁੰਦੇ ਵੀ ਉੱਥੇ ਸਤਿਆ ਵਾਲੀ ਜਗ੍ਹਾ ਗੁਰਦੁਆਰਾ ਬਣ ਜਾਏ ਤੇ ਬਹੁਤ ਵਧੀਆ ਹੋਵੇਗਾ। ਸਾਧੂਆਂ ਦੀ ਸਾਧੂ ਮੰਨ ਲੈਂਦੇ ਹੈ, ਸਾਦੇ ਤਾਂ ਵਾਖੇ ਨਹੀਂ ਲੱਗਦਾ ਹੈ। ਇਹਨਾਂ ਨੇ ਫਿਰ ਮਹਾਂਪੁਰਸ਼ਾਂ ਨੇ ਉਸ ਸਾਧੂ ਨੂੰ ਕਿਹਾ, ਉਹਨੇ ਕੋਈ ਜਵਾਬ ਜੂਬ ਨਾ ਦਿੱਤਾ, ਚੁੱਪ ਜਾ ਰਿਹਾ। ਉਸ ਵੇਲੇ ਪੰਚਾਇਤ ਵਾਲੇ ਕਹਿਣ ਲੱਗੇ ਮਹਾਰਾਜ ਵੀ ਹੁਣ ਕਹਿੰਦੇ ਵੀ ਕੀ ਕਰੀਏ, ਕਿਹਾ ਸੀ ਉਹਨੇ ਕੋਈ ਹਾਂ ਨਾ ਤਾਂ ਕਿਹਾ ਨਹੀਂ ਤੇ ਹੁਣ ਰਾਜ ਕਰਕੇ ਕਿਵੇਂ ਕਰਾਂਗੇ। ਸੰਤ ਗਿਆਨੀ ਗੁਰਦਿਆਲ ਸਿੰਘ ਜੀ ਜਿਹੜੇ ਵਪਾਰਾਵਾਂ ਰਹੇ ਹੈ, ਉਹ ਬੜੇ ਸਿਆਣੇ ਸੀ, ਰਾਜਨੀਤਿਕ ਵੀ ਸੀ। ਉਹ ਫਿਰ ਸ਼ਾਮ ਦੇ ਸਮੇਂ ਰਹਿ ਰਾਸ ਦਾ ਪਾਠ ਕਰਨ ਦਾ ਬਹਾਨਾ ਜਾ ਕਰਕੇ ਸ਼ਹਿਰ ਛਪੱਟਾ ਕਰਨ ਲਈ ਇੱਧਰ ਨੂੰ ਆ ਗਏ ਵੀ ਚਲੋ ਹੁਣ ਤਾਂ ਨਹੀਂ ਬੋਲੇ, ਰਾਤ ਨੂੰ ਕੋਈ ਨਾ ਕੋਈ ਆਪਣੇ ਚੇਲਿਆਂ ਨਾਲ ਬੋਲੂ ਚੱਲੂ, ਕੁਝ ਕਹੂਗਾ ਵੀ ਹਾਂ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ। ਤੇ ਉਹ ਫਿਰ ਰਾਤ ਨੂੰ ਜਦੋਂ ਪ੍ਰਸ਼ਾਦਾ ਜਿਹਾ ਛਕਣ ਲੱਗੇ ਨਾ, ਫਿਰ ਉਹ ਚੇਲਿਆਂ ਨੇ ਗੱਲ ਚਲਾਈ, ਕਹਿੰਦੇ ਵੀ ਇੱਥੇ ਸੰਤ ਆਏ ਸੀ, ਪੰਚਾਇਤ ਆਈ ਸੀ, ਮਹਾਰਾਜ ਕੀ ਕਹਿੰਦੇ ਸੀ। ਕਹਿੰਦੇ ਕਹਿਣਾ ਕੀ, ਉਹ ਕਹਿੰਦੇ ਸੀ ਇੱਥੇ ਗੁਰਦੁਆਰਾ ਬਣਾਓ ਜੀ। ਫਿਰ ਮਹਾਰਾਜ ਗੁਰਦੁਆਰਾ ਬਣਾਉਣਾ ਹੈ, ਕਹਿੰਦੇ ਸਾਡੇ ਹੁੰਦੇ ਭਲਾ ਅਸੀਂ ਕਿਵੇਂ ਬਣਾ ਸਕੂਗਾ ਕਹੂ। ਕਹਿੰਦੇ ਜੀ ਉਹ ਸੰਤ ਹੈ ਜੀ, ਉਹਨਾਂ ਨੇ ਜ਼ਬਰਦਸਤੀ ਕੀਤੀ, ਜ਼ਬਰਦਸਤੀ ਲੋਕਾਂ ਨੂੰ ਲੈ ਕੇ ਇੱਥੇ ਬਣਾਉਣਾ ਸ਼ੁਰੂ ਕਰਦਾ, ਫਿਰ ਤੁਸੀਂ ਕੀ ਕਰੋਗੇ। ਕਹਿੰਦੇ ਆਪਣੇ ਕੋਲੇ ਬਹੁਤ ਲਾਣਾ ਹੈਗਾ, ਪਰ ਰਾਤ ਨੂੰ ਇੱਟਾਂ ਹੀ ਢਾ ਦਿਆਂਗੇ ਇੱਥੋਂ, ਆਪਾਂ ਨਹੀਂ ਬਣ ਦਿੰਦੇ ਗੁਰਦੁਆਰਾ। ਉਹ ਫਿਰ ਸੰਤ ਗੁਰਦਿਆਲ ਸਿੰਘ ਜੀ ਬਸ ਸੁਣ ਕੇ ਚਲੇ ਗਏ ਵੀ ਹਾਂ ਇਹ ਨਹੀਂ ਰਾਜੀ ਹੈਗੇ, ਨਹੀਂ ਬਣ ਦੇਣਗੇ, ਤਾਂ ਇਹਨਾਂ ਨੂੰ ਆ ਭੂਤ ਵਿਦਿਆ ਦਾ ਹੰਕਾਰ ਹੈ ਕਿ ਅਸੀਂ ਸਾਡੇ ਕੋਲ ਬਹੁਤ ਹੈਗਾ, ਢਾ ਦਿਆਂਗੇ ਇੱਟਾਂ। ਅਗਲੇ ਦਿਨ ਕਿਤੇ ਪੰਚਾਇਤ ਫਿਰ ਇਕੱਠੀ ਹੋ ਕੇ ਆ ਗਈ ਤੇ ਕਹਿੰਦੇ ਮਹਾਰਾਜ ਵੀ ਤੁਸੀਂ ਅੱਗੇ ਲਾਖੋ ਬਣਾਓ, ਜੇ ਨਹੀਂ ਮੰਨਦਾ ਤੁਸੀਂ ਸਾਧੂ ਹੈ ਤੇ ਉਹ ਕਿਹੜਾ ਉਹਦੀ ਬੈ ਲਈ ਹੋਈ ਜਗ੍ਹਾ
ਹੈ ਤਾਂ ਅਸਥਾਨ ਸਾਰਿਆਂ ਦਾ ਸਾਂਝਾ ਹੈ। ਕਹਿੰਦੇ ਵੀ ਕੀ ਕਰੀਏ ਹੁਣ ਜਦੋਂ ਉਹ ਅੱਗੇ ਹੋ ਕੇ ਨਹੀਂ ਕਰਦਾ, ਜਿਹੜਾ ਕੋਈ ਅਸਥਾਨ ਦੀ ਧੂਫ ਬੱਤੀ ਕਰ ਰਿਹਾ ਹੁੰਦਾ ਉਹਦੇ ਤੇ ਹਾਵੀ ਹੋ ਕੇ ਐਸਾ ਕਰਨਾ ਠੀਕ ਜਾ ਨਹੀਂ ਹੈ। ਕਹਿੰਦੇ ਨਹੀਂ ਮਹਾਰਾਜ ਤੁਸੀਂ ਕਰੋ, ਕਰਾਓ ਜਿਵੇਂ ਮਰਜ਼ੀ ਕਰੋ, ਗੁਰਦੁਆਰਾ ਬਣਨਾ ਚਾਹੀਦਾ ਹੈ। ਇਹਨੇ ਨੂੰ ਸੰਤ ਗਿਆਨੀ ਗੁਰਦਿਆਲ ਸਿੰਘ ਜੀ ਫੇਰ ਕਿਤੇ ਚਲੇ ਗਏ। ਕਹਿੰਦੇ ਮਹਾਰਾਜ ਕੀ ਵਿਚਾਰ ਕਰ ਰਹੇ? ਕਹਿੰਦੇ ਆ ਨਗਰ ਵਾਲੇ ਮਗਰ ਪਏ ਹੈ, ਕਹਿੰਦੇ ਗੁਰਦੁਆਰਾ ਤੁਸੀਂ ਬਣਾਓ, ਉਹ ਮੰਨਦਾ ਨਹੀਂ ਹੈ, ਹੁਣ ਕੀ ਕਰੀਏ? ਇਹ ਕਹਿੰਦੇ ਤੁਸੀਂ ਬਣਾਓ। ਕਹਿੰਦੇ ਚਲੋ ਫਿਰ ਆਪਾਂ ਬਣਾ ਲੈਂਦੇ ਹਾਂ, ਵੀ ਮਹਾਰਾਜ ਦਾ ਸਥਾਨ ਹੀ ਬਣਾਉਣਾ। ਉਹ ਕਹਿੰਦਾ ਜੀ ਤੁਸੀਂ ਤਾਂ ਇੱਧਰ ਗਿਣਤੀ ਮਿਣਤੀ ਕਰਦੇ ਵੀ ਗੁਰਦੁਆਰਾ ਇੰਨਾ ਕੁ ਵੱਡਾ ਬਣਾਈ, ਉੱਧਰ ਤਾਂ ਇੱਟਾਂ ਦਾ ਡਾਈ ਤੁਰਿਆ ਜਾਂਦਾ ਹੈ। ਕਹਿੰਦੇ ਕੀ ਕਹਿਣਾ? ਕਹਿੰਦੇ ਜੀ ਉਹ ਮੈਂ ਰਾਤ ਸੁਣ ਕੇ ਆਇਆ ਸੀ, ਉਹ ਗੱਲ ਕਰਦੇ ਸੀ ਵੀ ਜੋ ਗੁਰਦੁਆਰਾ ਬਣਾਉਣ ਲੱਗ ਪਏ ਜ਼ਬਰਦਸਤੀ, ਫੇਰ ਕੀ ਕਰੋਗੇ ਜੀ ਤੁਸੀਂ? ਕਹਿੰਦੇ ਇੱਡਾ ਹੀ ਢਾ ਦਿਆਂਗੇ ਆਪਾਂ। ਇਸ ਕਰਕੇ ਪਹਿਲਾਂ ਉਹਨਾਂ ਦਾ ਪ੍ਰਬੰਧ ਕਰ ਲਓ ਵੀ ਫੇਰ ਨਾ ਕਿਤੇ ਐਸਾ ਹੋ ਜਾਏ। ਉਹ ਜਦੋਂ ਐਸਾ ਕੁਛ ਉਹਨੇ ਹੰਕਾਰ ਚ ਵਿੱਚ ਕਿਹਾ ਵੀ ਆਪਣੇ ਕੋਲੇ ਲਾਣਾ ਬਹੁਤ ਉਡਾ ਦਿਆਂਗੇ ਇੱਟਾਂ, ਇਹਨਾਂ ਦੇ ਮੁਖੋਂ ਸਹਿਜੇ ਨਿਕਲ ਗਿਆ। ਕਹਿੰਦੇ ਵੀ ਇਹ 6ਵੇਂ ਪਾਤਸ਼ਾਹ ਦਾ ਅਸਥਾਨ ਹੈ, ਇੱਥੋਂ ਦੀਆਂ ਇੱਟਾਂ ਕੌਣ ਉਡਾਉਣ ਵਾਲਾ? ਉਹ ਆਪੇ ਹੀ ਉੱਡ ਜੂ ਇੱਟਾਂ ਉਡਾਉਣ ਵਾਲਾ। ਜਿਹੜਾ ਉਹ ਲਾਣਾ ਉਹ ਵੀ ਉੱਡ ਜੂ, ਤੇ ਜਿਹੜਾ ਇਹ ਉਹਨਾਂ ਦਾ ਮਾਲਕ ਹੈ ਨਾ ਇੱਟਾਂ ਉਡਾਉਣ ਵਾਲਾ, ਕਹਿੰਦੇ ਇਹ ਉੱਡ ਜੂਗਾ। ਉਹ ਮਹਾਰਾਜ ਦਾ ਅਸਥਾਨ ਕਾਇਮ ਰਹੂਗਾ। ਤੋ ਇਸ ਤਰ੍ਹਾਂ ਜਾਣੀ ਉਹ ਅਸਥਾਨ ਤੇ ਉਹ ਸਾਧੂ ਦੇ ਬਸ ਕੀਤੀਆਂ ਸੀ, ਤੇ ਉਹ ਸਾਰੀਆਂ ਪ੍ਰਤਾਖੀ ਸੀ। ਜੇ ਭਲਾ ਹੁਣ ਕੋਈ ਕਹੇ ਤੂੰ ਕਿਤੇ ਦੇਖੀ ਹੈ, ਚਲੋ ਉਹਨਾਂ ਪ੍ਰਸੰਗ ਚੱਲ ਪਿਆ ਕਰਕੇ ਦੱਸਣ ਵਾਲੀ ਗੱਲ ਤਾਂ ਹੈ ਨਹੀਂ ਹੈ, ਤੇ ਉਹ ਆਪਾਂ ਕਹਿ ਦਿੰਦੇ ਹਾਂ। ਆ ਜਦੋਂ ਇੱਥੇ ਮੈਨੂੰ ਪੜ੍ਹਨ ਵਾਸਤੇ ਸੰਤ ਉਜਾਗਰ ਸਿੰਘ ਜੀ ਸਭ ਤੋਂ ਪਹਿਲਾਂ ਲੁਧਾਈ ਕੇ ਲੈ ਕੇ ਗਏ ਸੀ ਵੀ ਚਲੋ ਉਹਨਾਂ ਕੋਲ ਤੈਨੂੰ ਛੱਡ ਆਉਣੇ। ਉਹ ਜਦੋਂ ਰਾਤ ਨੂੰ ਰਹੇ, ਨਾਲ ਹੀ ਉਹ ਲੰਗਰ ਦੇ ਇੱਕ ਪਿੱਪਲ ਦਾ ਦਰਖਤ ਤੇ ਇੱਕ ਬੋਹੜ ਦਾ ਦਰਖਤ ਜਾਏ, ਤੇ ਸਾਰੀ ਰਾਤ ਨਾ ਜਾਣੀ ਉਹਦਾ ਪੱਤਾ ਪੱਤਾ ਖੜਕਦਾ ਰਿਹਾ 5-5 ਮਿੰਟਾਂ ਵਿੱਚ, ਜਿਵੇਂ ਕੋਈ ਬਹੁਤ ਤਿੱਖੀ ਹਵਾ ਆਉਂਦੀ ਹੁੰਦੀ ਨਾ, ਬਸ ਐ ਉਹ ਸ਼ੁਕੇ। ਇਹ ਕਹਿੰਦਾ ਵੀ ਤੈਨੂੰ ਤਾਂ ਔਖਾ ਹੈ, ਤੇ ਤੂੰ ਅਜੇ ਨਿਆਣਾ, ਤੂੰ ਵੱਡਾ ਹੋਇਆ ਫੇਰ ਤੈਨੂੰ ਛੱਡਾਂ। ਉਹਨਾਂ ਨੇ ਤਾਂ ਇੱਕ ਦੋ ਸੁਨੇਹੇ ਭੇਜੇ ਵੀ ਚੰਗੀ ਨੂੰ ਛੱਡ ਜਾਓ ਤੁਸੀਂ, ਇੱਥੇ ਅਸੀਂ ਪੜ੍ਹਾ ਦਿਆਂਗੇ। ਇਹ ਕਹਿ ਨਹੀਂ ਬਈ ਉਹ ਔਖਾ ਹੈ ਜੀ ਥਾਂ, ਉਹ ਤਾਂ ਤੂੰ ਡਰੇਗਾ। ਜਾਣੀ ਮਾਤਰ ਨੇ ਵੇਖਿਆ ਵੀ ਉਹ ਬੋਹੜ ਸਾਰੀ ਰਾਤ ਪੱਤਾ ਪੱਤਾ ਖੜਕਦਾ ਸ਼ੂਕਦਾ ਸੀ ਬਿਨਾਂ ਕਿਸੇ ਹਵਾ ਹੁਆ ਤੋਂ। ਇਸ ਤਰ੍ਹਾਂ ਜਾਣੀ ਇਹ ਭਾਈ ਪਹਿਲੋ ਦੇ ਸਤਿਗੁਰੂ ਨੇ ਕਹਿ ਕੇ ਬਸ ਕੀਤਾ ਹੋਇਆ ਸੀ ਲਾਣਾ। ਜੇ ਕੋਈ ਕਹੇ ਵੀ ਲੈ ਮੈਂ ਨਹੀਂ ਮੰਨਦਾ ਭੂਤ ਹੈਗਾ ਕਿ ਨਹੀਂ ਹੈਗਾ, ਜਿਹਨੇ ਦੇਖਣਾ ਨਾ ਆ ਇੱਕ ਤਰੀਕਾ ਸੌਖਾ, ਨਾ ਕੋਈ ਮੰਤਰ ਨਾ ਕੋਈ ਜੰਤਰ ਕਰਨ ਦੀ ਲੋੜ। ਲਧਾਈ ਕਿਆਂ ਵਾਲੇ ਉਹ ਕਥਾ ਵਿੱਚ ਦੱਸਦੇ ਹੁੰਦੇ ਸੀ, ਕਹਿੰਦੇ ਇੱਕ ਸੰਤ ਆ ਗਿਆ, ਕਹਿੰਦਾ ਮਹਾਰਾਜ ਜੇ ਤੁਸੀਂ ਕੋਈ ਭੂਤ ਬਸ ਕਰਨਾ ਤੇ ਮੈਂ ਤੁਹਾਨੂੰ ਤਰੀਕਾ ਦੱਸਦਾ। ਕਹਿੰਦੇ ਵੀ ਕੀ ਹੈ? ਕਹਿੰਦੇ ਕੋਈ ਮੰਤਰ ਨਹੀਂ ਜੰਤਰ ਨਹੀਂ, ਕੁਝ ਨਹੀਂ ਕਰਨਾ ਹੈ। ਜਦੋਂ ਬਾਹਰ ਜੰਗਲ ਪਾਣੀ ਜਾਣਾ ਹੈ, ਕਹਿੰਦੇ ਜਿਹੜਾ ਦੇਸੀ ਅੱਕ ਹੈ ਨਾ, ਇਹਦੇ ਕਹਿੰਦੇ ਜੜਾਂ 'ਚ ਪਾਣੀ ਪਾਈ ਜਾਣਾ। ਆ ਜਿਹੜਾ ਪਾਣੀ ਜੰਗਲ ਪਾਣੀ ਹੱਥ ਧੋ ਕੇ ਬਚਿਆ ਨਾ, ਕਹਿੰਦੇ ਉਹਦੀ ਜੜਾਂ 'ਚ ਪਾਣਾ। ਕਹਿੰਦੇ 40 ਦਿਨਾਂ ਤੋਂ ਪਹਿਲਾਂ ਉੱਥੇ ਭੂਤ ਪ੍ਰਗਟ ਹੋ ਜਾਊਗਾ। ਰਹਿਣ ਦੇ, ਕਹਿੰਦੇ ਰਹਿਣ ਦੇ ਇਹ ਤੋਂ ਇਹਨਾਂ ਲਾਲੇ ਤੋਂ ਕੀ ਰਹਿਣਾ। ਚਲੋ ਗੁਰੂ ਕੇ ਮਹਾਰਾਜ ਤਾਂ ਦਰਸ਼ਨ ਹੋਣ, ਸੀਤਾ ਦੇ ਹੋਣ, ਤੂੰ ਭੂਤਾਂ ਦੇ ਦਰਸ਼ਨ ਕਰਕੇ ਕੀ ਦੇਣਾ। ਜਾਣੀ ਇਸ ਤਰ੍ਹਾਂ ਜੇ ਕਿਸੇ ਨੂੰ ਹੈ ਨਾ ਵੀ ਮੈਨੂੰ ਦਿਸੇ ਭੂਤ ਨਹੀਂ ਮੰਨਦਾ, ਉਹ ਐਂ ਕਰਕੇ ਦੇਖ ਲੈ। ਕੋਈ ਮੰਤਰ ਨਹੀਂ ਹੈ, ਇਹ ਤਾਂ ਵਾਹਿਗੁਰੂ ਵਾਹਿਗੁਰੂ ਮੰਤਰ ਪੜ੍ਹ ਕੇ ਜਾਪ ਕਰਕੇ ਵਾਹਿਗੁਰੂ ਪ੍ਰਗਟ ਕਰਨਾ ਔਖਾ ਹੈ। ਆ ਭੂਤ ਪਰਜੇ ਦਾ ਸੌਖੀ ਇਹ, ਇਹਨਾਂ ਦਾ ਕੋਈ ਨਹੀਂ, ਇਹ ਤਾਂ ਲਾਣਾ ਝੱਟ ਹੀ ਹੁੰਦਾ ਹੈ। ਆ ਬਾਕੀ ਜਿਹੜੇ ਕੋਈ ਅੰਮ੍ਰਿਤਧਾਰੀ ਸਿੰਘ ਹੈ, ਇਹਨਾਂ ਨੂੰ ਕੋਈ ਅਤਵੀ ਧਾਗਾ, ਜਿਹੜੇ ਕੋਈ ਸਿੱਧ ਸੁਧ ਕਰਦੇ ਨਾ ਦਿਵਾਲੀਆਂ ਤੇ, ਉਹਨਾਂ ਨੂੰ ਨਹੀਂ ਕਰਨ ਦੀ ਲੋੜ, ਇਹ ਆਪੇ ਸਿੱਧ ਹੋ ਜਾਂਦੇ ਉਹਨਾਂ ਦੇ।
ਕਿਉਂਕਿ ਉਹ ਜਾਣਦੇ ਵੀ ਆ ਸਿੱਖ ਨੂੰ ਪਕੜੋ, ਸਿੱਖ ਨੂੰ ਕਾਬੂ ਕਰੋ। ਇਸ ਕਰਕੇ ਬਿਨਾਂ ਵਜ੍ਹਾ ਕਤਲ ਦਾ ਇਹ ਸਾਰਾ ਲਾਣਾ ਆਪੇ ਹੀ ਆਉਂਦਾ ਹੈ। ਇਸ ਕਰਕੇ ਇੱਧਰਲਾ ਤਾਂ ਫੁਰਨਾ ਹੀ ਨਹੀਂ ਸਿੱਖ ਨੂੰ ਕਰਨਾ ਚਾਹੀਦਾ ਵੀ ਇਹ ਪ੍ਰਗਟ ਹੋਵੇ ਜਾਂ ਇਹ ਮੇਰਾ ਕੋਈ ਕੰਮ ਕਰੇ, ਨਹੀਂ ਤਾਂ ਫਿਰ ਤੰਗ ਬਹੁਤ ਕਰਦੇ ਹੈ। ਬਚ ਕੇ ਰਹੇ ਹੈ ਇਹ ਜ਼ਰੂਰ ਸਾਰਾ ਕੁਝ, ਐਸਾ ਨਹੀਂ ਹੈ। ਜੇ ਕੋਈ ਨਹੀਂ ਮੰਨਦਾ ਆਪਾਂ ਇਹੋ ਜਿਹੀ ਜਗ੍ਹਾ ਉਹਨਾਂ ਨੂੰ ਭੇਜ ਦਿਆਂਗੇ ਤੇ ਰਾਤ ਨੂੰ ਫਿਰ ਆਪੇ ਚੀਕਾਂ ਮਾਰਦਾ ਆਏਗਾ। ਜੇ ਨਹੀਂ ਕੋਈ ਮੰਨਦਾ ਨਾ ਇੱਥੇ ਬੈਠਾ ਵੀ ਹਮ ਨਹੀਂ ਮਾਨੂਗਾ, ਤਾਂ ਆਪਾਂ ਭੇਜ ਦਿਆਂਗੇ ਉਹ ਜਗ੍ਹਾ ਤੇ ਫਿਰ ਆਪੇ ਤਸੱਲੀ ਕਰਾਏਗਾ ਵੀ ਇੱਥੇ ਜਾ ਰਾਤ ਨੂੰ ਬਹਿ ਕੇ ਪੈ ਕੇ ਦੇਖ ਵੀ ਹੈਗੇ ਕਿ ਨਹੀਂ ਹੈਗੇ। ਬਾਕੀ ਵੀ ਜੇ ਮਾਰ ਮੂਰ ਦੇਵੇ ਫਿਰ ਆਪਣੀ ਨਹੀਂ ਕੋਈ ਗਰੰਟੀ ਹੈਗੀ, ਇਹ ਆਪਦਾ ਸੋਚ ਕੇ ਜਾਵੇ ਉੱਥੇ। ਹੈਗੇ ਇਹ ਸਾਰੇ ਮਾਤਰ ਨੇ ਤਾਂ ਸਾਰਾ ਦੇਖਿਆ। ਪਹਿਲਾਂ ਮੈਂ ਵੀ ਬੜਾ ਐਨ ਪੂਰਾ ਸੀ ਵੀ ਹਮ ਨਹੀਂ ਮਾਨੂਗਾ, ਪਰ ਉਹ ਦੇਖ ਦੋ ਕੇ ਵੀ ਸਿਰ ਝੁਕਾਉਣਾ ਪੈਂਦਾ ਵੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਜ, ਕਈ ਕੋਟ ਜਖ ਕਿੰਨਰ ਪਿਸਾਚ। ਵੀ ਜਖ ਵੀ ਹੈ, ਕਿੰਨਰ ਵੀ ਹੈ, ਪਿਸਾਚ ਵੀ ਹੈ। ਭੂਤ ਪ੍ਰੇਤ ਤਾਂ ਵੱਖਰੇ ਰਹਿ ਗਏ, ਹੋਰ ਇਹਨਾਂ ਦੇ ਹੈਗੇ ਹੈ। ਪਿੱਛੇ ਹਬੀਬ ਹੂਬ ਜਿਹਾ, ਪਿੱਛੇ ਸਜਦ ਸੁਜਦ ਵੀ ਹੈਗੇ ਮੁਸਲਮਾਨਾਂ ਦੇ। ਬੇਅੰਤ ਤੋਂ ਤਾਕਤਾਂ ਵਾਲੇ ਵੀ ਹੈ, ਜੋ ਚਾਹੁਣ ਉਹ ਕਰ ਕਰਾ ਵੀ ਸਕਦੇ ਹਨ। ਇਸ ਕਰਕੇ ਇਹ ਮਹਾਰਾਜ ਨੇ ਉਹ ਭਾਈ ਬਹਿਲੋ ਨੂੰ ਸਾਰੇ ਸੁਪਰਦ ਕੀਤੇ ਹੋਏ ਸੀ। ਉਹ ਇਤਿਹਾਸ ਵਿੱਚ ਪਿੱਛੇ ਆਇਆ ਹੈ, ਜਦੋਂ ਸਾਰੀ ਅੰਮ੍ਰਿਤਸਰ ਦੀ ਸੇਵਾ ਸੰਪੂਰਨ ਹੋਈ ਸੀ ਉਦੋਂ ਇਹਨੂੰ ਬਖਸ਼ਿਸ਼ ਕੀਤੀ। ਕਹਿੰਦੇ ਵੀ ਲੈ ਤੂੰ ਇਹ ਸਾਰੇ ਲੈ। ਪਹਿਲਾਂ ਭਾਈ ਲਾਲੂ ਜੀ ਜੋ ਡੱਲੇ ਵਾਸੀ ਸੀ ਉਹਦੇ ਅਧੀਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕੀਤੇ ਸੀ। ਸੋ ਇਸ ਤਰ੍ਹਾਂ ਇਤਿਹਾਸ ਵਿੱਚ ਪਿੱਛੇ ਪ੍ਰਸੰਗ ਆ ਰਿਹਾ ਹੈ। ਇਸ ਤਰ੍ਹਾਂ ਇਹ ਭਾਈ ਭਗਤਾ ਫਿਰ ਇਹ ਭਾਈ ਬਹਿਲੇ ਕੋਈ ਵੰਸ਼ ਵਿੱਚੋਂ ਹੀ ਹੋਇਆ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਇੱਧਰ ਗਏ ਉਸ ਵੇਲੇ ਫਿਰ ਇਹਨਾਂ ਨੇ ਗੁਰੂ ਕਲਗੀਧਰ ਜੀ ਨੂੰ ਕਿਹਾ ਸੀ ਮਹਾਰਾਜ ਵੀ ਹੁਣ ਸਾਡਾ ਖਹਿੜਾ ਛਡਾਓ ਇਹਨਾਂ ਤੋਂ, ਅਸੀਂ ਬਹੁਤ ਔਖੇ ਭੁੱਖੇ ਤੇ ਹਾਏ ਮਰਦੇ ਹਾਂ। ਤੇ ਗੁਰੂ ਕਲਗੀਧਰ ਜੀ ਨੇ ਫਿਰ ਇਹਨਾਂ ਨੂੰ ਕਿਹਾ ਵੀ ਕੀ ਗੱਲ ਆ, ਸ਼ਿਕਾਇਤ ਕਰਦੇ ਐ। ਕਹਿਣ ਲੱਗੇ ਮਹਾਰਾਜ ਨਹੀਂ, ਖੁੱਲਾ ਡੁੱਲਾ ਰਾਸ਼ਨ ਪਾਉਣੇ ਹੈ। ਫਿਰ ਕੀ ਪਾਉਣੇ? ਕਹਿੰਦੇ ਇੱਕ ਬੋਰੀ ਛੋਲਿਆਂ ਦੀ ਪਾਉਣੇ ਜੀ ਇਹਨਾਂ ਨੂੰ। ਤੇ ਗੁਰੂ ਕਲਗੀਧਰ ਜੀ ਕਹਿਣ ਲੱਗੇ ਵੀ ਇਹ ਤਾਂ ਕਹਿੰਦੇ ਇੱਕ ਬੋਰੀ, ਕਹਿੰਦੇ ਜੀ ਦਾਣਾ ਦਾਣਾ ਮਸਾ ਆਉਂਦਾ। ਇੱਕ ਦਾਣੇ ਤਾਜੀ ਬੋਰੀ ਦਾ ਕੀ ਹੁੰਦਾ, ਇੱਕ ਦਾਣਾ ਮਸਾ ਆਉਂਦਾ, ਇੰਨੇ ਅਸੀਂ। ਫਿਰ ਮਹਾਰਾਜ ਕਹਿੰਦੇ ਵੀ ਚੰਗਾ ਭਾਈ ਹੁਣ ਛੱਡ ਦਿਓ, ਆਹ ਸਰਹੰਦ ਹੈ ਜਿੱਥੇ ਸ਼ਹਾਦਤ ਸਾਹਿਬਜ਼ਾਦਿਆਂ ਨੂੰ, ਸਾਡੀ ਮਾਤਾ ਨੂੰ, ਹੋਰ ਨੂੰ ਇਹ ਸਭ ਬਿਨਾਂ ਵਜ੍ਹਾ ਕਤੋਂ ਤਸ਼ਹੀਦ ਕੇ ਉੱਥੇ ਜਾਓ ਸਾਰੇ, ਉਹਨੂੰ ਉਜਾੜੋ ਸਾਰੇ, ਪੁੱਟੋ ਜਾ ਕੇ ਉੱਥੇ ਰਹੋ। ਹਾਂ ਜਿੱਥੇ ਕਹਿੰਦੇ ਪਰਮੇਸ਼ਰ ਦਾ ਕੋਈ ਨਾਮ ਨਹੀਂ ਨਾ ਜਪਦਾ ਹੈ, ਗੁਰੂ ਤੋਂ ਬੇਮੁਖ, ਉੱਥੇ ਸਭ ਤੁਹਾਡੀਆਂ ਜਗ੍ਹਾਵਾਂ ਹੈ। ਇਸ ਤਰ੍ਹਾਂ ਜਾਨੀ ਇਤਿਹਾਸ ਵਿੱਚ ਅੱਗੇ ਪ੍ਰਸੰਗ ਆ ਜਾਣਾ ਹੈ। ਰੋ ਵਿਚਾਰੇ ਭਾਈ ਬਹਿਲੋ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿਣ ਕਰਕੇ ਇੱਕ ਭੂਤਨੀ ਜੀ ਭੇਜ ਦਿੱਤੀ। ਉਸੇ ਕੋਈ ਮੁੱਲਾ ਇਹ ਭੂਤ ਵਿਦਿਆ ਪੜਿਆ ਹੋਇਆ ਹੈ ਸੀ। ਲਖੀ ਭੂਤਨੀ ਕੀ ਗਤ ਤਾਹੂ। ਆਓ ਕਹਿੰਦੇ ਮੁਲਾਣੇ ਨੇ ਭੂਤ ਵਿਦਿਆ ਨਾਲੇ ਭੂਤਨੀ ਦੀ ਜਿਹੜੀ ਸਾਰੀ ਹਾਲਤ ਜਾਣ ਲਈ ਹੈ। ਸੁਧ ਹਿਤ ਪਹੁੰਚੀ ਲਸ਼ਕਰ ਮਾਹੂ। ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਰੀ ਸਾਡੀ ਖਬਰਸਾਰ ਦੇਣ ਵਾਸਤੇ ਸਾਡੀ ਫੌਜ ਵਿੱਚ ਉੱਥੋਂ ਆ ਕੇ ਪਹੁੰਚੀ ਹੋਈ ਹੈ। ਮੰਤਰਨ ਸੰਗ ਪਕੜ ਸੋ ਲਈ। ਆ ਮੰਤਰ ਉਹਨੇ ਪੜਿਆ ਤੇ ਝਟਪਟ ਭੂਤਨੀ ਜੀ ਨੂੰ ਮੁੱਲਾ ਨੇ ਫੜ ਲਿਆ ਹੈ। ਭੂਤਨ ਸੌਂਪ ਕੈਦ ਕਰ ਦਈ। ਉਹਦੇ ਵੀ ਹੁਣ ਭੂਤ ਬਸ ਕੀਤੇ ਸੀ, ਕਹਿੰਦੇ ਉਹਨੇ ਫਿਰ ਉਹ ਭੂਤਾਂ ਦੇ ਉਹਨੂੰ ਅਧੀਨ ਕਰ ਦਿੱਤਾ, ਉਹਨਾਂ ਨੂੰ ਫੜਾ ਦਿੱਤਾ ਵੀ ਇਹਨਾਂ ਨੂੰ ਜਾਣ ਨਹੀਂ ਦੇਣਾ ਹੈ। ਬਹਿਲੋ ਕੋ ਸੁਧ ਭਈ ਨ ਆਏ। ਇਸ ਕਰਕੇ ਭਾਈ ਬਹਿਲੋ ਜੀ ਨੂੰ ਹੁਣ ਵੀ ਦਲ ਚੱਲ ਪਿਆ ਕਿ ਉੱਥੇ ਟਿਕਿਆ ਕੋਈ ਖਬਰ
ਖਬਰਸਾਰ ਨਾ ਹੋਏ ਆਈ। ਨਿਸਚੈ ਧਰਿਓ ਕਿ ਇਹੋ ਸੁਧ ਲਿਆਏ। ਕਿਉਂਕਿ ਭੂਤਨੀ ਤੇ ਯਕੀਨ ਧਾਰ ਲਿਆ ਵੀ ਆਪੇ ਖਬਰਸਾਰ ਲੈ ਆਏ ਜੀ, ਮੈਨੂੰ ਕੀ ਹੁਣ ਲੋੜ ਹੈ। ਸ੍ਰੀ ਗੁਰ ਢਿੱਗ ਬੈਠਿਓ ਤਬ ਜਾਈ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਉਸ ਵੇਲੇ ਭਾਈ ਵਹਿਲੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾ ਬੈਠਾ ਹੈ। ਚੌਹ ਦੇਸ਼ ਮਹਿ ਥਿਰ ਨਾਰ ਸਮਦਾਈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਾਰੀ ਤਰਫੀ ਬਹੁਤ ਮਾਈ ਭਾਈ ਬੈਠੇ ਹੋਏ ਸਨ। ਸਾਦਰ ਨਿਕਟ ਬਿਠਾਇਓ ਜਬੈ। ਭਾਈ ਵਹਿਲੋ ਜੀ ਨੂੰ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਿਕਾਰ ਨਾਲ ਆਪਣੇ ਨੇੜੇ ਕਰਕੇ ਬਿਠਾਇਆ ਹੈ। ਮੁਸਕਾਵਤ ਬੋਲੇ ਗੁਰ ਤਬੈ। ਗੁਰੂ ਮਹਾਰਾਜ ਥੋੜਾ ਥੋੜਾ ਜਿਹਾ ਹੱਸਦੇ ਹੋਏ ਭਾਈ ਵਹਿਲੋ ਜੀ ਨੂੰ ਬੋਲੇ ਹਨ। ਕਹ ਭਾਈ ਸੁਧ ਲਸ਼ਕਰ ਕੇਰੀ। ਇਹ ਵੀ ਭਾਈ ਵਹਿਲੋ, ਉਹ ਜਿਹੜਾ ਫੌਜਾਂ ਦਾ ਦਲ ਹੈ ਉਹਦੀ ਵੀ ਕੋਈ ਖਬਰਸਾਰ ਦੱਸ। ਕੂਚਕ ਹੈ ਮੁਕਾਮ ਇਸ ਬੇਰੀ। ਨਹੀਂ ਤੂੰ ਦੱਸ, ਇਸ ਵੇਲੇ ਉਹਨਾਂ ਦਾ ਕੂਚ ਹੋ ਗਿਆ, ਚੱਲ ਪਏ ਕਿ ਉੱਥੇ ਹੀ ਮੁਕਾਮ ਉੱਥੇ ਹੀ ਟਿਕੇ ਹੋਏ। ਕਹਿਤ ਭਇਓ ਦੋਨੋਂ ਕਰ ਜੋਰੇ। ਉਸ ਵੇਲੇ ਭਾਈ ਵਹਿਲੋ ਜੀ ਦੋਵੇਂ ਹੱਥ ਜੋੜ ਕੇ ਕਹਿਣ ਲੱਗਿਆ ਹੈ, ਤੁਰਕ ਕੇ ਕੂਚ ਕਰਹਿ ਇਤ ਓਰੇ। ਤੁਰਕ ਜੇ ਕੂਚ ਕਰਹਿ ਇਤ ਓਰੇ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਮੁਸਲਮਾਨ ਜਦੋਂ ਇਸ ਤਰਫ ਨੂੰ ਕੂਚ ਕਰਨਗੇ, ਇਸ ਤਰਫ ਨੂੰ ਚੱਲਣਗੇ, ਤਤ ਛੇ ਨਹੀਂ ਸੁਧ ਮੋ ਢਿੱਗ ਆਏ। ਉਸੇ ਵੇਲੇ ਮਾਰਾ ਫਟਾਫਟ ਮੇਰੇ ਕੋਲੇ ਖਬਰਸਾਰ ਆ ਜਾਣੀ ਹੈ। ਸਭ ਰਾਵਰ ਕੋ ਦਿਓ ਸੁਨਾਏ। ਜਦੋਂ ਖਬਰ ਆ ਗਈ ਉਦੋਂ ਹੀ ਸਾਰੀ ਖਬਰ ਤੁਹਾਨੂੰ ਮੈਂ ਦੱਸ ਦੇਵਾਂਗਾ। ਅੰਤਰ ਜਾਮੀ ਗੁਰੂ ਬਖਾਨਾ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਵਹਿਲੋ ਜੀ ਨੂੰ ਜੋ ਅੰਤਰਜਾਮੀ ਹੈ ਕਿਹਾ, ਭਇਓ ਕੂਚ ਲਸ਼ਕਰ ਪ੍ਰਸਥਾਨਾ। ਮਹਾਰਾਜ ਕਹਿੰਦੇ ਵੀ ਫੌਜਾਂ ਦਾ ਦਲ ਚੱਲ ਪਿਆ, ਉਹਨਾਂ ਨੇ ਉੱਥੋਂ ਕੂਚ ਕਰ ਲਿਆ, ਇੱਧਰ ਨੂੰ ਚੱਲ ਪਏ। ਤਾਹਾਂ ਭੂਤਨੀ ਤੋਹੇ ਪਠਾਈ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਵਹਿਲੋ, ਉੱਥੇ ਜਿਹੜੀ ਰਾਤ ਨੂੰ ਤੂੰ ਭੂਤਨੀ ਜੀ ਭੇਜੀ ਸੀ ਨਾ, ਗਹੀ ਮੁਲਾਨੇ ਤਿੰਨ ਸੁਧ ਪਾਈ। ਕਹਿੰਦੇ ਉਹ ਫੌਜ ਦੇ ਵਿੱਚ ਮੁਲਾਣਾ ਸੀ, ਉਹਨੇ ਖਬਰ ਪਾ ਕੇ ਉਹਨੂੰ ਫੜ ਲਿਆ ਹੋਇਆ ਹੈ। ਤਿਸ ਕੋ ਅਬ ਤਜ ਦੇਹੋ ਭਰ ਵਾਸਾ। ਮਹਾਰਾਜ ਕਹਿੰਦੇ ਭਾਈ ਵਹਿਲੋ, ਭੂਤਨੀ ਦਾ ਹੁਣ ਤੂੰ ਭਰੋਸਾ ਛੱਡ ਦੇ ਵੀ ਉਹ ਖਬਰ ਲਿਆ ਹੋਊਗੀ। ਸੋ ਨਹਿ ਛੂਟਹਿ ਕਰਸ ਬਿਨਾਸਾ। ਕਹਿੰਦੇ ਉਹਨੇ ਉਹਨੂੰ ਮੁਲਾਣੇ ਤੋਂ ਛੁੱਟੀ, ਭੂਤਾਂ ਨੂੰ ਫੜਾਈ, ਉਹਨੂੰ ਹੁਣ ਮਾਰ ਦੇਣਗੇ, ਖਤਮ ਕਰ ਦੇਣਗੇ। ਸੁਨ ਗੁਰ ਬਚਨ ਸਕਲ ਬਿਸਮਾਏ। ਗੁਰੂ ਹਰਗੋਬਿੰਦ ਸਾਹਿਬ ਦਾ ਐਸਾ ਬਚਨ ਸੁਣ ਕੇ ਵਿਧੀ ਚੰਦ ਭਾਈ ਭਗਤੂ ਵਹਿਲੋ ਵਰਗੇ ਸਾਰੇ ਚਰਜ ਹੋ ਗਏ। ਤਬ ਬਹਿਲੋ ਬਹੁ ਭੂਤ ਪਠਾਏ। ਉਸ ਵੇਲੇ ਭਾਈ ਵਹਿਲੋ ਜੀ ਨੇ ਸੁਣ ਕੇ ਫਿਰ ਬਹੁਤੇ ਭੂਤ ਪ੍ਰੇਤੇ ਉਧਰ ਨੂੰ ਭੇਜੇ ਵੀ ਪਤਾ ਲਿਆਓ ਵੀ ਫੜ ਲਈਏ ਕਿ ਸੱਚ ਹੈ ਗੱਲ। ਤਿੰਨ ਤਤ ਛਿਨ ਸੁਧ ਆਨ ਸੁਨਾਈ। ਉਹਨਾਂ ਨੇ ਜੱਟ ਬਾਟੀ ਹਵਾ ਵਾਂਗ ਆ ਕੇ ਖਬਰ ਸੁਣਾ ਦਿੱਤੀ ਹੈ। ਗਹੀ ਭੂਤਨੀ ਸੈਨ ਸੁਆਈ। ਭਾਈ ਵਹਿਲੋ ਜੀ, ਉਹ ਆਪਣੀ ਭੂਤਨੀ ਜੀ ਤਾਂ ਉਹਨਾਂ ਨੇ ਫੜ ਲਈ ਹੈ ਤੇ ਫੌਜ ਤਾਂ ਆ ਰਹੀ ਹੈ। ਸਭਨ ਸੁਨਿਓ ਮਨ ਮੈਂ ਸੁਖ ਪਾਏ। ਸਾਰਿਆਂ ਨੇ ਸੁਣਿਆ, ਮਨ ਵਿੱਚ ਸੁਖ ਪਾਇਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਤਰਜਾਮੀ ਹੈ। ਭਾਈ ਵਹਿਲੋ ਤਾਂ ਐਵੇਂ ਭੂਤਾਂ ਤੇ ਹੀ ਬੰਨੀ ਬੈਠਾ ਭਰੋਸਾ। ਧੰਨ ਧੰਨ ਸਤ ਗੁਰੂ ਅਲਾਏ। ਸਾਰਿਆਂ ਨੇ ਕਿਹਾ ਹੈ ਗੁਰੂ ਹਰਗੋਬਿੰਦ ਸਾਹਿਬ ਆਪ ਧੰਨੋ ਧੰਨੋ, ਆਪ ਜੀ ਨੂੰ ਸਭ ਕੁਝ ਪਤਾ ਹੈ, ਕੋਲ ਬੈਠੇ ਨੂੰ ਪਤਾ ਨਹੀਂ ਲੱਗ ਰਿਹਾ ਹੈ। ਦੋਹਰਾ ਸਲਤਾ ਉਤਰੇ ਜਾਮਨੀ। ਰਾਤੋਂ ਰਾਤ ਹੀ ਕਹਿੰਦੇ ਜਿਹੜਾ ਬਿਆਸਾ ਨਦੀ ਹੈ, ਇਹ ਸਤਲੁਜ ਦਰਿਆ ਹੈ, ਦੋ ਨਦੀਆਂ ਇੱਥੇ ਇਕੱਠੀਆਂ ਹੁੰਦੀਆਂ। ਹਰੀਕੇ ਪੱਥਰ ਕਹਿੰਦੇ ਰਾਤੋਂ ਰਾਤ ਪਾਰ ਲੰਘੇ ਹਨ। ਸਗਲੇ ਮੁਸ਼ਕਲ ਹੋ ਬਹੁਤ ਹੀ ਸਾਰੇ ਕਹਿੰਦੇ ਔਖਿਆਂ ਹੋ ਕੇ। ਖਾਨ ਪਾਨ ਪ੍ਰਾਪਤ ਕਿਸੂ। ਕਿਸੇ ਨੂੰ ਕਹਿੰਦੇ ਖਾਣਾ ਪੀਣਾ ਮਿਲ ਗਿਆ ਹੈ। ਰਹੇ ਛੂਛ ਹੀ ਕੋ। ਕਈ ਵਿਚਾਰੇ ਕਹਿੰਦੇ ਖਾਲੀ ਹੋਏ ਭੁੱਖੇ ਹੀ ਰਹੇ ਹਨ। ਚੌਪਈ ਜੁਗ ਤ੍ਰੈ ਜਾਮ ਕੀਨ
ਬਿਸਰਾਮੇ। ਹਾਂ, 2 ਪੈਰ ਜਾਂ 3 ਪੈਰ ਜਾਨੀ 9 ਘੰਟੇ ਤੱਕ ਕਿਸੇ ਨੇ ਵਿਸਰਾਮ ਕੀਤਾ ਹੈ। ਵਜੇ ਕੂਚ ਕੇ ਦੀਹੀ ਦਮਾਮੇ। ਅਖੀਰ ਕਹਿੰਦੇ ਚੱਲਣ ਦੇ ਜਿਹੜੇ ਵੱਡੇ ਵੱਡੇ ਨਗਾਰੇ ਆ ਵੱਜ ਪਏ ਹਨ। ਮਹਾ ਸੀਤ ਮਹਿ ਮੁਸ਼ਕਲ ਹੋਏ। ਬਹੁਤੀ ਠੰਡ ਹੋਣ ਕਰਕੇ ਬਹੁਤ ਕਹਿੰਦੇ ਔਖੇ ਹੋ ਰਹੇ। ਸੁਨ ਚਰਨ ਆਰ ਸਭ ਕਰ ਸਭ ਕੋਏ। ਸਾਰਿਆਂ ਦੇ ਪੈਰ ਵੀ ਸੁੰਨ ਹੋਏ ਪਏ, ਹੱਥ ਵੀ ਸੁੰਨ ਹੋਏ ਪਏ। ਅਗਨੀ ਜਾਰ ਜਾਰ ਠਾਰ ਖੋਵੈ। ਕਈ ਤਾਂ ਅੱਗ ਬਾਲ ਕੇ ਠੰਡ ਲਾ ਰਹੇ ਹਨ, ਗੁਆ ਰਹੇ ਹਨ। ਡਾਰ ਜੀਨ ਹੈ ਤਿਆਰੀ ਹੋਵੇ। ਘੋੜਿਆਂ ਤੇ ਕਾਠੀਆਂ ਜੀਆਂ ਪਾ ਕੇ ਤਿਆਰ ਹੋ ਰਹੇ। ਪ੍ਰਾਤ ਹੋਤ ਹੀ ਸੈਨਾ ਚਾਲੀ। ਗੱਲ ਕੀ ਸਵੇਰ ਹੁੰਦਿਆਂ ਸਾਰੀ ਫੌਜ ਚੱਲ ਪਈ ਹੈ। ਵਸਤਰ ਸ਼ਸਤਰ ਸਭ ਲੀਨ ਸੰਭਾਲੀ। ਸਭ ਨੇ ਕਹਿੰਦੇ ਸ਼ਸਤਰ ਤੇ ਵਸਤਰ ਆਪਣੋ ਆਪਣੇ ਸੰਭਾਲ ਲਏ ਨੇ। ਉਦੈ ਭਇਓ ਸੂਰਜ ਭਗਵਾਨ। ਇਹਨੇ ਨੂੰ ਕਹਿੰਦੇ ਸੂਰਜ ਦੇਵਤਾ ਵੀ ਆਕਾਸ਼ ਵਿੱਚ ਉਦੇ ਹੋ ਗਿਆ, ਚੜ ਗਿਆ ਆ। ਸੀਤ ਬਿਨਾਸਿਓ ਮਗ ਪ੍ਰਸਥਾਨ। ਜਿਸ ਕਰਕੇ ਸੂਰਜ ਦੇ ਚੜ੍ਹਨ ਕਰਕੇ ਪਾਲਾ ਨਾਸ ਹੋ ਗਿਆ, ਰਸਤੇ ਵਿੱਚ ਚੱਲ ਪਏ। ਲਲਾ ਬੇਗ ਜਬਪੁਰ ਕਿਤਪੁਰ ਤੇ ਧਾਇਓ। ਲਲਾ ਵੇਗ ਸੂਬਾ ਜਦੋਂ ਲਾਹੌਰ ਤੋਂ ਦੌੜਿਆ ਧਾਇਆ ਹੈ। ਭੇਤ ਹੇਤ ਇੱਕ ਦੂਤ ਪਠਾਇਓ। ਇਹਨੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਭੇਤ ਲੈਣ ਵਾਸਤੇ ਇੱਕ ਹਸਨ ਖਾਨ ਨਾਮ ਦਾ ਦੂਤ ਭੇਜਿਆ ਹੈ। ਡੇਰਾ ਕਹਾ ਸੈਨ ਹੈ ਕੇਤੀ। ਉਹਨੂੰ ਕਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਕਿੱਥੇ ਟਿਕਾਣਾ ਹੈ, ਕਿੰਨੀ ਕੁ ਉਹਨਾਂ ਕੋਲ ਫੌਜ ਹੈ। ਵਿੱਚ ਪ੍ਰਵੇਸ਼ ਹੋਏ ਹੇਰੋਹ ਤੇ। ਇਹ ਵੀ ਹਸਨ ਖਾਨ ਦੂਰ ਤੂੰ ਗੁਰੂ ਕੀ ਫੌਜ ਵਿੱਚ ਵੜ ਕੇ ਨਾ ਸਾਰਾ ਭੇਤ ਲੈ। ਕਬ ਹਮ ਲਰਹਿ ਸੋ ਪਰਖੋ ਉਹ ਕਾਲ। ਸਵਾਈ ਪਰਖ ਲਈ ਵੀ ਕਦੋਂ ਅਸੀਂ ਜਾ ਕੇ ਉਹਨਾਂ ਨਾਲ ਲੜੀਏ। ਇਸ ਕਾਰਨ ਆਗੇ ਤੂੰ ਚਾਲ। ਇਹ ਕਾਰਨ ਕਰਕੇ ਹਸਨ ਖਾਨ ਦੂਰ ਤੂੰ ਪਹਿਲਾਂ ਚਲਿਆ ਜਾ। ਹਾਇ ਕੋ ਤਿਆਗ ਗ੍ਰਾਮ ਕਿਸ ਮਾਹੀ। ਉਹ ਲਲਾ ਬੇਗ ਦੇ ਕਹਿਣ ਕਰਕੇ ਹਸਨ ਖਾਨ ਦੂਤ ਨੇ ਜਿਹੜਾ ਘੋੜਾ ਕਿਸੇ ਪਿੰਡ ਵਿੱਚ ਛੱਡ ਦਿੱਤਾ ਹੈ। ਬੇਗ ਬੇਖ ਆਪਨੋ ਰਾਖਿਓ ਨਾਹੀ। ਆਪਣਾ ਜਿਹੜਾ ਲਿਬਾਸ ਹੈ ਸੂਰਬੀਰਾਂ ਵਾਲਾ, ਮੁਸਲਮਾਨਾਂ ਵਾਲਾ ਕੋਈ ਨਹੀਂ ਰੱਖਿਆ, ਹੋਰ ਭੇਸ ਬਦਲਿਆ ਹੈ। ਸੇਵਕ ਏਕ ਸੰਗ ਜਿਹ ਲੀਨ। ਇੱਕ ਜਿਹੜਾ ਨੌਕਰ ਹੈ ਆਪਣੇ ਨਾਲ ਹੀ ਹਸਨ ਖਾਨ ਨੇ ਲੈ ਲਿਆ ਹੈ। ਗੁਰ ਦਲ ਮਹਿ ਪ੍ਰਵੇਸ਼ ਕੋ ਕੀਨ। ਉਹ ਖੁਫੀਆ ਬਣ ਕੇ ਗੁਰੂ ਮਹਾਰਾਜ ਦੇ ਦਲ ਵਿੱਚ ਆਪ ਪ੍ਰਵੇਸ਼ ਕੀਤਾ। ਸੰਧਿਆ ਸਮੈ ਪਿਖਨ ਹਿਤ ਫੇਰਿਓ। ਅੱਜ ਸ਼ਾਮ ਦਾ ਸਮਾਂ ਸੀ, ਗੁਰੂ ਕਾ ਦਲ ਵੇਖਣ ਵਾਸਤੇ ਫਿਰਿਆ ਤੁਰਿਆ। ਦਲ ਗਨ ਨੀਰ ਤਾਲ ਕੋ ਘੇਰਿਓ। ਦੇਖ ਰਿਹਾ ਵੀ ਬੜਾ ਦਲ ਹੈ, ਪਾਣੀ ਦਾ ਤਲਾਅ ਇਹਨਾਂ ਨੇ ਘੇਰਿਆ ਹੋਇਆ। ਫਿਰਤ ਫਿਰਤ ਸੈਨਾ ਕੇ ਮਾਹੀ। ਹਾਂ, ਕਹਿੰਦੇ ਗੁਰੂ ਮਹਾਰਾਜ ਦੀ ਫੌਜ ਵਿੱਚ ਫਿਰਦਿਆਂ ਗਮਨਿਓ ਰਾਏ ਚਮੂ ਕੇ ਮਾਹੀ। ਜਿੱਧਰ ਜੋਧ ਰਾਜ ਦੀ ਫੌਜ ਕਹਿੰਦੇ ਉਤਰੀ ਹੈ ਨਾ ਕਿਨਾਰੇ ਦੇ ਤਲਾਅ ਦੇ, ਉਧਰ ਨੂੰ ਚਲਿਆ ਗਿਆ ਹੈ। ਤਿਨਹੂ ਪਰਖਿਓ ਮਨੁਖ ਬਿਗਾਨਾ। ਉਹਨਾਂ ਨੇ ਝੱਟੀ ਪਰਖ ਲਿਆ ਵੀ ਆ ਤਾਂ ਓਪਰਾ ਮਨੁੱਖ ਹੈ। ਗਹ ਬੂਝਿਓ ਨਹਿ ਜਾਏ ਬਖਾਨਾ। ਉਹਨੇ ਫੜ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ। ਫਿਰ ਇਹਨੂੰ ਕੋਈ ਕਹਿ ਨਹੀਂ ਸਕਦਾ, ਇਹ ਤੋਂ ਕੋਈ ਦੱਸਿਆ ਨਹੀਂ ਜਾ ਰਿਹਾ ਹੈ। ਤਤ ਛਿਨ ਤਿਸ ਕੀ ਪਾਗ ਉਤਾਰੀ। ਬਸ ਫੇਰ ਕੀ ਜੋਧ ਰਾਏ ਦੇ ਸੂਰਵੀਰਾਂ ਨੇ ਝਟਪਟ ਦੀ ਫੁਗ ਲਾ ਲਈ ਹੈ। ਮੁਸ਼ਕੈ ਬਾਂਧ ਕਰੀ ਬਹੁ ਮਾਰੀ। ਪਿੱਛੇ ਨੂੰ ਬਾਹਾਂ ਜੀਆਂ ਕਰਕੇ ਮੁਸ਼ਕਾਂ ਬੰਦ ਕਰੀਆਂ ਤੇ ਚਾਟਾ ਛਕਾਉਣਾ ਸ਼ੁਰੂ ਕਰ ਦਿੱਤਾ। ਦਈ ਕਸ਼ਟ ਤੇ ਭੂਰ ਦੁਹਾਈ। ਬਾਅਦ ਜਦੋਂ ਦੁੱਖ ਜਾ ਹੋਇਆ ਨਾ ਚਾਟਾ ਛਕਾਉਣ ਕਰਕੇ ਫਿਰ ਤਕੜੀ ਨੇ ਦੁਹਾਈ ਜੀ ਦਿੱਤੀ ਹੈ। ਸ੍ਰੀ ਸਤਗੁਰ ਮੋਹ ਲੇਹੋ ਛੁਟਾਈ। ਹੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮੈਨੂੰ ਇਹਨਾਂ ਤੋਂ ਬਚਾ ਲਓ ਜੀ। ਪਰਿਓ ਸ਼ੋਰ ਸਗਰੇ ਨਰ ਧਾਏ। ਜਦੋਂ ਰੌਲਾ ਰੱਪਾ ਜਾ ਪਿਆ ਤੇ ਸਾਰੇ ਗੁਰੂ ਕੇ ਸਿੱਖ ਸੇਵਕ ਦੌੜ ਕੇ ਉਧਰ ਨੂੰ ਗਏ। ਗਹਿਓ ਤਾੜ ਕਰ ਗੁਰ ਢਿਗ ਲਿਆਏ। ਇਸ ਤਰ੍ਹਾਂ ਕਹਿੰਦੇ
ਫੜਿਆ ਹੋਇਆ ਤਾੜ ਕੇ ਸਤਿਗੁਰੂ ਕੋਲੇ ਹਸਨ ਖਾਂ ਦੂਤ ਨੂੰ ਲੈ ਆਏ। ਸ੍ਰੀ ਹਰਿਗੋਬਿੰਦ ਸੁਨਤ ਦੁਹਾਈ। ਹਾਂ, ਗੁਰੂ ਹਰਗੋਬਿੰਦ ਸਾਹਿਬ ਨੇ ਵੀ ਸਾਡੇ ਨਾਮ ਨੂੰ ਲੈ ਕੇ ਦੁਹਾਈ ਦੇ ਰਿਹਾ ਹੈ। ਪਾਠ ਵਿਦਿਆ ਮੁਸ਼ਕੈ ਖੁਲਵਾਈ। ਵਿਧੀ ਚੰਦ ਨੂੰ ਝਟਪਟ ਭੇਜਿਆ, ਕਹਿ ਕੇ ਵਿਚਾਰੇ ਦੀਆਂ ਮੁਸ਼ਕਾਂ ਜੀਆਂ ਖੁਲਾਈਆਂ। ਸੰਗ ਆਨ ਥਿਰ ਕਰਿਓ ਹਜੂਰੇ। ਵਿਧੀ ਚੰਦ ਨੇ ਹਸਨ ਖਾਂ ਨੂੰ ਨਾਲ ਲੈ ਆਂਦਾ, ਸਤਿਗੁਰੂ ਦੇ ਹਜ਼ੂਰੀ ਵਿੱਚ ਖੜਾ ਕਰ ਦਿੱਤਾ। ਹੇਰਤ ਬੋਲੇ ਸਤਿਗੁਰ ਪੂਰੇ। ਹਸਨ ਖਾਂ ਦੂਤ ਨੂੰ ਆਇਆ ਦੇਖ ਕੇ ਪੂਰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਕੋ ਹੈ ਤੂੰ ਕਿਤ ਤੇ ਚੱਲ ਆਇਓ। ਮਹਾਰਾਜ ਕਹਿੰਦੇ ਵੀ ਤੂੰ ਕੌਣ ਹੈ, ਕਿੱਥੋਂ ਚੱਲ ਕੇ ਆਇਆ ਹੈ? ਕਹੋ ਸਾਚ ਨਤ ਦੇ ਤੇ ਮਰਵਾਇਓ। ਸਾਡੇ ਕੋਲ ਸੱਚੋ ਸੱਚ ਕਹਿ ਦੇ, ਨਹੀਂ ਤਾਂ ਵਿਧੀ ਚੰਦ ਵਰਗੇ ਤਿਆਰ ਮਰਵਾ ਦਿਆਂਗੇ। ਡਰਤ ਮਾਰ ਤੇ ਸਾਚ ਬਖਾਨਾ। ਹਾਂ, ਕਹਿੰਦੇ ਮਾਰ ਤੋਂ ਡਰਦਿਆਂ ਨੇ ਫਿਰ ਸੱਚ ਹੀ ਕਿਹਾ ਹੈ। ਪ੍ਰਭ ਜੀ ਤਜੋ ਕੇ ਕਰ ਦੇਹੋ ਹਨ। ਕਹਿਣ ਲੱਗਾ, ਹੈ ਸਤਿਗੁਰੂ ਭਾਵੇਂ ਛੱਡ ਦਿਓ ਭਾਵੇਂ ਮਾਰ ਦਿਓ। ਕਹੋ ਸਾਚ ਮੈਂ ਆਪ ਅਗਾਰੀ। ਆਪ ਜੀ ਦੇ ਅੱਗੇ ਮਾਰਾ ਮੈਂ ਬਿਲਕੁਲ ਸੱਚ ਕਹਿ ਰਿਹਾ ਹਾਂ। ਲਾਲਾ ਬੇਗ ਕਾਬਲ ਪਤ ਭਾਰੀ। ਜਿਹੜਾ ਲਲਾ ਵੇਗ ਮਾਰਾ ਕਾਬਲ ਦਾ ਭਾਰੀ ਸੂਬਾ ਹੈ। ਭੇਤ ਹੇਤ ਹੈ ਕਿਰਪਾ ਨਿਕੇਤ। ਮਾਰਾ ਤੁਹਾਡਾ ਭੇਤ ਲੈਣ ਵਾਸਤੇ ਕਿਰਪਾ ਦੇ ਖਜ਼ਾਨਾ ਸਤਿਗੁਰੂ। ਪਠਿਓ ਮੋਹ ਬਾਡ ਸ਼ੀਗਰ ਸਮੇਤ। ਮੈਨੂੰ ਮਾਰਾ ਬੜੀ ਤੇਜ਼ੀ ਕਰਕੇ ਭੇਜਿਆ ਵੀ ਤੂੰ ਜਾ ਕੇ ਭੇਤ ਲੈ ਉਹਨਾਂ ਦਾ। ਦਲ ਪਰਵੇਸ਼ ਮੈਂ ਸਕਲ ਨਿਹਾਰਾ। ਮੈਂ ਮਾਰਾ ਭੇਸ ਬਦਲ ਕੇ ਤੁਹਾਡਾ ਦਲ ਵਿੱਚ ਵੜ ਕੇ ਸਾਰਾ ਭੇਤ ਵੇਖ ਲਿਆ। ਭਟਨ ਪਛਾਨ ਲੀਨ ਬਹੁ ਮਾਰਾ। ਆ ਜਿਹੜੇ ਸੂਰਬੀਰ ਇਹਨਾਂ ਨੇ ਮਾਰਾ ਮੈਨੂੰ ਪਛਾਣ ਲਿਆ ਤੇ ਬੜਾ ਮਾਰਿਆ ਹੈ। ਸ੍ਰੀ ਗੁਰ ਤੁਮ ਪੀਰਨ ਕੇ ਪੀਰ। ਇਹ ਸਤਿਗੁਰੂ ਹਰਗੋਬਿੰਦ ਸਾਹਿਬ ਤੁਸੀਂ ਤਾਂ ਪੀਰਾਂ ਦੇ ਵੱਡੇ ਪੀਰ ਹੋ। ਦੋਹ ਲੋਕਨ ਕੇ ਮੀਰਨ ਮੀਰ। ਦੋਹਾਂ ਲੋਕਾਂ ਵਿੱਚ ਮਾਰਾ ਆਪ ਪਾਤਸ਼ਾਹਾਂ ਵਿੱਚੋਂ ਵੱਡੇ ਸੱਚੇ ਪਾਤਸ਼ਾਹ ਹੋ। ਸ੍ਰੀ ਹਰਿਗੋਬਿੰਦ ਬੂਝਨ ਠਾਨਾ। ਗੁਰੂ ਹਰਗੋਬਿੰਦ ਸਾਹਿਬ ਨੇ ਸੱਚੋ ਸੱਚ ਸੁਣ ਕੇ ਫਿਰ ਪੁੱਛਣਾ ਕੀਤਾ। ਕਹਾਂ ਸੈਨ ਤੁਰ ਕਾਨ ਮਹਾਨ। ਕਹਿਣ ਲੱਗੇ ਵੀ ਹਸਨ ਖਾਂ ਇਸ ਸਮੇਂ ਮੁਸਲਮਾਨਾਂ ਦੀ ਫੌਜ ਭਲਾ ਕਿੱਥੇ ਹੈ? ਕੇਤਕ ਗਿਣਤੀ ਮਹਿ ਚੜ ਤਾਈ। ਹਾਂ, ਕਿੰਨੀ ਕੁ ਗਿਣਤੀ ਮਿਣਤੀ ਵਿੱਚ ਫੌਜ ਧੜਕੇ ਧਾਈ ਹੈ। ਕਬ ਇਤ ਪਹੁੰਚੈ ਹੇਤ ਲੜਾਈ। ਸਾਡੇ ਨਾਲ ਲੜਾਈ ਕਰਨ ਵਾਸਤੇ ਕਿਹੜੇ ਸਮੇਂ ਆ ਕੇ ਪਹੁੰਚੇਗੀ? ਸੁਨਤ ਹਸਨ ਖਾਨ ਦੂਤ ਬਖਾਨਾ। ਸੁਣ ਕੇ ਹਸਨ ਖਾਂ ਦੂਤ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ, ਕਾਬਲ ਕੇ ਉਮਰਾਵ ਮਹਾਨਾ। ਮਾਰਾ ਕਾਬਲ ਦਾ ਬੜਾ ਭਾਰੀ ਅਮਰਾਵ ਹੈ ਸੂਬਾ ਲਲਾ ਵੇਗ। ਲਸ਼ਕਰ ਪੰਚਰ 30,000। ਉਹ ਮਾਰਾ ਸ਼ਾਹਜਹਾਂ ਕੋਲੋਂ 30 ਤੇ 35,000 ਫੌਜਾਂ ਦਾ ਦਲ। ਤੁਰਕੀ ਘੋਰੇ ਪਰ ਅਸਵਾਰ। ਹਾਂ, ਤੁਰਕਾਨ ਦੇਸ਼ ਦੇ ਘੋੜਿਆਂ ਉੱਪਰ ਮਾਰਾ ਉਹ ਚੜੇ ਹੋਏ। ਗਹਿਓ ਕਹਿਓ ਸ਼ਾਹ ਮਗ ਮਹਿ ਬਿਲ ਮਾਵਹੁ। ਕਹਿਓ ਸ਼ਾਹ ਮਗ ਨਹਿ ਬਿਲ ਮਾਵਹੁ। ਸ਼ਾਹਜਹਾਂ ਨੇ ਮਾਰਾ ਲਲਾ ਬੇਗ ਨੂੰ ਕਿਹਾ, ਰਸਤੇ ਵਿੱਚ ਕੋਈ ਦੇਰੀ ਨਹੀਂ ਕਰਨੀ ਹੈ। ਲਰਹੋ ਸ਼ੀਗਰ ਗੁਰ ਨਿਕਟ ਪਠਾਵਹੁ। ਹਾਂ, ਕਹਿੰਦੇ ਛੇਤੀ ਜਾ ਕੇ ਲੜੋ ਤੇ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੇਰੇ ਕੋਲ ਭੇਜੋ। ਨਹੀਂ ਦੇਰ ਅਬ ਆਵਨ ਮਾਹੀ। ਇਸ ਕਰਕੇ ਮਾਰਾ ਦਲ ਦੇ ਆਉਣ ਵਿੱਚ ਹੁਣ ਕੋਈ ਦੇਰੀ ਹੈ ਨਹੀਂ। ਪਹੁੰਚੀ ਲਖੋ ਸ਼ਚਮੂ ਨਿਜ ਪਾਹੀ। ਮਹਾਰਾਜ ਜਿਹੜੀ ਲਾਲਾ ਬੇਗ ਦੀ ਫੌਜ ਆਪਣੇ ਕੋਲ ਪੁੱਜੀ ਹੀ ਸਮਝੋ। ਮੈਂ ਪਿਖ ਪਰਖਨ ਕੀਨ ਵਿਚਾਰ। ਬਾਕੀ ਮਾਰਾ ਮੈਂ ਤੁਹਾਡੀ ਫੌਜ ਵੇਖ ਕੇ ਪਰਖਿਓ ਵਿਚਾਰ ਵੀ ਕੀਤੀ ਹੈ। ਤੁਮਰੇ ਛਤ ਸੋ ਆਏ ਹਜ਼ਾਰ। ਤੁਹਾਡਾ ਇਧਰ ਸੂਰਵੀਰ 100 ਹੋਵੇ, ਉਧਰੋਂ ਕਹਿੰਦੇ 1000 ਆ ਜਾਵੇ। ਮਾਰ ਲੇਹਗੇ ਦੇਹ ਨ ਜਾਣੇ। ਮਹਾਰਾਜ ਜਿਹੜੇ 1000 ਹੈ ਉਹਨੂੰ ਮਾਰ ਲੈਣਗੇ, 100 ਤੇ ਉਹਨਾਂ ਨੂੰ ਜਾਣ ਨਹੀਂ ਦੇਣਗੇ ਜਿਉਂਦੇ। ਇਮ ਤੁਰ ਕਾਨਾ ਕਰ ਹੋ ਹਾਨੇ। ਕਿਉਂ ਤੁਸੀਂ ਮਹਾਰਾਜ ਜਿੰਨਾ ਮੁਸਲਮਾਨਾਂ ਦਾ ਦਲ ਸਾਰਾ ਨਾਸ਼ ਕਰ ਦਿਓਗੇ, ਮੈਂ ਖਿਆਲ ਕੀਤਾ ਹੈ। ਸਵਾ ਥਾਨ ਰਾਵਰ ਕੀ ਸੈਨਾ। ਕਿਉਂਕਿ ਆਪ ਜੀ ਦੀ ਜਿਹੜੀ ਫੌਜ ਹੈ ਨਾ ਪੂਰੀ ਸਾਵਧਾਨ ਪੂਰੀ ਸਤਰਕ ਹੈ। ਵਿਸਰਾਮੀ ਇਨਕੇ ਸ਼ਰਮ ਹੈ ਨਾ। ਇਹਨਾਂ ਨੇ ਪੂਰੇ ਆਰਾਮ ਰੂਮ ਕਰਤੇ, ਇਹਨਾਂ ਨੂੰ ਕੋਈ ਡਰ ਭੈ ਹੈ ਨਹੀਂ, ਥਕਾਨ ਹੀ ਹੈ ਨਹੀਂ। ਚਾਹਤ
ਹੈ ਸੰਗਰਾਮ ਸੁਠਾਂਡੇ। ਮੈਂ ਤਾਂ ਐਂ ਵੇਖ ਰਿਹਾ ਵੀ ਇਹ ਜੰਗ ਕਰਨ ਲਈ ਐਨ ਤਿਆਰ ਪ੍ਰਤਾਰ ਹੋ ਕੇ ਖੜੋਤੇ ਹੋਏ ਆ। ਬਹੁ ਆਨੰਦਤਾ ਜਿਨ ਮਹਿ ਬਾਡੇ। ਇਹਨਾਂ ਦੇ ਅੰਦਰ ਕਹਿੰਦੇ ਜੰਗ ਕਰਨ ਦਾ ਬੜਾ ਆਨੰਦ ਵਧਿਆ ਵੀ ਛੇਤੀ ਆਉਣ ਤੇ ਮਾਰੀਏ। ਸੁਨ ਪ੍ਰਸੰਨ ਸਤਿਗੁਰ ਹੋਏ ਆਇਓ। ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਐਸਾ ਸੁਣ ਕੇ ਬੜੇ ਪ੍ਰਸੰਨ ਹੋਏ ਆਏ। ਢਿਗ ਤੇ ਪਾਗ ਦਿਵਾਏ ਪਠਾਇਓ। ਨਹੀਂ, ਇਹ ਸੱਚ ਬੋਲਦਾ। ਗੁਰੂ ਮਹਾਰਾਜ ਨੇ ਆਪਣੇ ਕੋਲੋਂ ਸਿਰੋਪੋ ਦੇ ਕੇ ਇਹਨੂੰ ਭੇਜਿਆ ਹੈ। ਕਹਿਓ ਦੇਹ ਸੁਧ ਤਿੰਨ ਕਹ ਮਹਾਰਾਜ ਜਾਈ। ਕਹਿੰਦੇ ਚੰਗਾ ਵੀ ਇਧਰਲੀ ਖਬਰਸਾਰ ਜਿਵੇਂ ਤੂੰ ਲਈ ਉਵੇਂ ਜਾ ਕੇ ਲਲਾ ਵੇਗ ਨੂੰ ਦੇ ਦੇ। ਛੂਟਿਓ ਹਸਨ ਖਾਨ ਗਮਨਿਓ ਤਾਈ। ਹਾਂ, ਉਸੇ ਵੇਲੇ ਕਹਿੰਦੇ ਜਿਹੜਾ ਹਸਨ ਖਾਨ ਛੁੱਟ ਕੇ ਤਾਂ ਦੌੜ ਕੇ ਚੱਲਿਆ ਹੈ। ਲਲਾ ਬੇਗ ਕੋ ਮਿਲਿਓ ਅਗਾਰੀ। ਹਾਂ, ਜਿਹੜਾ ਲਲਾ ਵੇਗ ਸੂ ਹੈ ਉਹਨੂੰ ਅੱਗੋਂ ਜਾ ਕੇ ਮਿਲਿਆ ਜੁਲਿਆ। ਆਵਤ ਲੀਏ ਜੋ ਲਸ਼ਕਰ ਭਾਰੀ। ਜਿਹੜਾ ਭਾਰੀ ਦਲ ਲੈ ਕੇ ਆ ਰਿਹਾ ਸੀ। ਕਰਿਓ ਸਲਾਮ ਖਰੋ ਤਬ ਭਇਓ। ਉਹ ਕਹਿੰਦੇ ਹਸਨ ਖਾਨ ਨੇ ਸਲਾਮ ਕੀਤੀ, ਅੱਗੇ ਖੜਾ ਹੋ ਗਿਆ। ਕਹ ਸੁਧ ਜਿਸ ਕਾਰਨ ਤੂੰ ਗਇਓ। ਹਾਂ, ਹਸਨ ਖਾਨ ਨੂੰ ਕਹਿੰਦਾ ਵੀ ਜਿਸ ਕਾਰਨ ਵਾਸਤੇ ਤੂੰ ਗਿਆ ਸੀ ਉਹ ਖਬਰਸਾਰ ਕਹਿ। ਕਿਤਕ ਸੈਨ ਸੋ ਗੁਰ ਹੈ ਕਹਾ। ਇਹ ਵੀ ਦੱਸ ਇਸ ਸਮੇਂ ਗੁਰੂ ਮਹਾਰਾਜ ਕੋਲ ਕਿੰਨੀ ਕੁ ਫੌਜ ਆ ਤੇ ਕਿੱਥੇ ਕਾ ਇਸ ਵੇਲੇ। ਭਾਜ ਕੇ ਨਹਿ ਪਿਖ ਲਸ਼ਕਰ ਮਹਾ। ਜਿਹੜਾ ਸਾਡਾ ਦਲ ਨੂੰ ਵੇਖ ਕੇ ਭਜਤਾ ਨਹੀਂ ਕਿਤੇ ਗਏ ਆ। ਲਰਨ ਹੇਤ ਗਾਡੋ ਭੀ ਦੇਖਾ। ਤੂੰ ਬਈ ਗੁਰੂ ਨੂੰ ਲੜਨ ਵਾਸਤੇ ਬੜਾ ਤਕੜਾ ਵੀ ਦੇਖਿਆ। ਭਾਖੋ ਭੇਤ ਜੁਕੀਨ ਪਰੇਖਾ। ਜਿਹੜਾ ਤੂੰ ਪਰਖਿਆ ਸਾਰਾ ਭੇਦ ਮੈਨੂੰ ਦੱਸ। ਸੁਨਤ ਹਸਨ ਖਾ ਭੇਵ ਬਤਾਇਓ। ਸੁਣ ਕੇ ਹਸਨ ਖਾਨ ਨੇ ਸਾਰਾ ਭੇਦ ਦੱਸਣਾ ਸ਼ੁਰੂ ਕੀਤਾ। ਡੇਰਾ ਗੁਰ ਉਜਾਰ ਮਹਿ ਪਾਇਓ। ਕਹਿੰਦਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਡੇਰਾ ਬਹੁਤ ਤਕੜੀ ਉਜਾੜ ਵਿੱਚ ਪਾਇਆ ਲਾਇਆ ਹੈ। ਜਲ ਕੇ ਤਾਲ ਚੁਗਿਰ ਦੇ ਘੇਰਾ। ਪਾਣੀ ਦਾ ਤਲਾਅ ਉਹਨੂੰ ਚਾਰ ਸਪੇਰੇ ਉਹਨਾਂ ਨੇ ਘੇਰਿਆ ਹੋਇਆ। ਲਰਨ ਹੇਤ ਉਤਸ਼ਾਹ ਕਨੇਰਾ। ਹਾਂ, ਤੁਹਾਡੇ ਨਾਲ ਲੜਨ ਵਾਸਤੇ ਉਹਨਾਂ ਨੂੰ ਬੜਾ ਚਾਅ ਉਤਸ਼ਾਹ ਹੈ। ਕਰ ਹੈ ਉਡੀਕਨ ਭਟ ਬਲਵਾਨਾ। ਉਹਨਾਂ ਦੇ ਜਿਹੜੇ ਬਲ ਵਾਲੇ ਸੂਰਵੀਰ ਤੁਹਾਡੇ ਆਉਣ ਦੀਆਂ ਉਡੀਕਾਂ ਕਰ ਰਹੇ ਆ। ਤੁਰੰਗ ਜੀਨ ਧਰ ਆਯੁਧ ਨਾਨਾ। ਹਾਂ, ਘੋੜਿਆਂ ਤੇ ਕਾਠੀਆਂ ਪਾਈਆਂ, ਤਰ੍ਹਾਂ ਤਰ੍ਹਾਂ ਦੇ ਸ਼ਸਤਰ ਉਹਨਾਂ ਨੇ ਫੜੇ ਹੋਏ। ਤਿੰਨ ਕਾ ਕਹਾ ਪਲਾਵਨ ਬਾਤ। ਹਾਂ, ਉਹਨਾਂ ਦਾ ਕਹਿੰਦੇ ਭਜਣਾ ਭਗੌੜੇ ਹੋਣਾ, ਇਹ ਭਲਾ ਕੀ ਗੱਲਬਾਤ ਹੋ ਸਕਦੀ ਹੈ। ਚਾਹਤ ਹੈ ਸਭ ਲਸ਼ਕਰ ਕਾ। ਉਹ ਤਾਂ ਜਿੰਨਾ ਤੇਰਾ ਫੌਜਾਂ ਦਾ ਦਲ ਸਾਰਿਆਂ ਨੂੰ ਮਾਰਿਆ ਚਾਹੁੰਦੇ। ਮੋਹ ਹਿਰਦੇ ਮਹਿ ਐਸੀ ਆਵੈ। ਇਹ ਵੀ ਲਲਾ ਵੇਗ ਉਹਨਾਂ ਦੇ ਫੌਜ ਦੀ ਤਿਆਰੀ ਦੇਖ ਕੇ ਮੇਰੇ ਮਨ ਤੇ ਵੀ ਤਾਂ ਇਸ ਤਰ੍ਹਾਂ ਦੀ ਆਉਂਦੀ ਹੈ ਵਿਚਾਰ। 100 ਭਟ ਤੁਮ ਹਜ਼ਾਰ ਕੋ ਕਾਵੈ। ਤੇ ਉਹਨਾਂ ਦਾ 100 ਸੂਰਵੀਰ ਹੋਵੇ, ਤੁਹਾਡਾ 1000 ਹੋਵੇ, 100 ਉਹਨਾਂ ਦਾ ਤੁਹਾਡੇ 1000 ਨੂੰ ਮਾਰ ਦੇਵੇਗਾ। ਗੁਰੂ ਬਿਲੰਦ ਬਲੀ ਸ਼ਮਸ਼ੇਰ। ਬਾਕੀ ਗੁਰੂ ਹਰਗੋਬਿੰਦ ਸਾਹਿਬ ਤਾਂ ਬਹੁਤ ਬਲੀ ਐਨ ਸ਼ੇਰ ਵਰਗੇ ਹੈ। ਕਰ ਹੈ ਪ੍ਰਤੀਖਨ ਗਹਿ ਸ਼ਮਸ਼ੇਰ। ਹਾਂ, ਬੜੀ ਤਿੱਖੀ ਤਲਵਾਰ ਉਹਨਾਂ ਨੇ ਫੜੀ ਹੋਈ ਹੈ ਤੇ ਐ ਤੇਰੀ ਉਡੀਕ ਕਰ ਰਹੇ ਆ। ਮ੍ਰਿਗਨ ਮਨਿੰਦ ਬ੍ਰਿੰਦ ਤੋਬ ਸੈਨਾ। ਮਹਾਰਾਜ ਨੂੰ ਇਹ ਕਹਿਣ ਲੱਗਿਆ ਵੀ ਐ ਲਲਾ ਵੇ ਤੇਰੀ ਜਿਹੜੀ ਫੌਜ ਹੈ ਇਹ ਤਾਂ ਹਰਨਾਂ ਦੀ ਢਾਰ ਵਰਗੀ ਹੈ। ਤੁਮ ਮਹਿ ਤਿੰਨ ਕੀ ਸਮਤਾ ਹੈ ਨਾ। ਆਓ ਜਿਹੜੇ ਗੁਰੂ ਕੇ ਸੂਰਬੀਰ ਹੈ ਉਹਨਾਂ ਦੀ ਬਰਾਬਰੀ ਵੇ ਤੁਹਾਡੇ ਵਿੱਚੋਂ ਤਾਂ ਕਿਸੇ ਦੀ ਹੋ ਨਹੀਂ ਹੈ। ਇਹ ਤਾਂ ਹਰਨਾਂ ਵਰਗੀ ਹੈ, ਭੱਜ ਆਏਗੀ। ਦਲ ਹੈ ਅਲਪ ਤਉ ਸਮਬਾਜ। ਠੀਕ ਹੈ, ਭਾਵੇਂ ਗੁਰੂ ਕਾ ਜਿਹੜਾ ਫੌਜਾਂ ਦਾ ਦਲ ਥੋੜਾ ਹੈ ਪਰ ਹੈ ਕਹਿੰਦੇ ਬਾਜਾਂ ਵਰਗਾ। ਕਾਕ ਬਟੇਰਾ ਤੋਹਿ ਸਮਾਜ। ਤੇਰਾ ਕਹਿੰਦੇ ਜਿਹੜਾ ਫੌਜਾਂ ਦਲ ਦਾ ਕੱਟ ਕੀਠਾ ਹੈ ਤਾਂ ਜਿਵੇਂ ਕਾਂ ਹੁਣ ਜਿਵੇਂ ਜਿਵੇਂ ਬਟੇਰੇ ਇਕੱਠੇ ਕੀਤੇ ਹੋਣੇ ਹੋਏ ਹੈ। 4000 ਭਟਨ ਕੇ ਟੋਲ। ਗੁਰੂ ਮਹਾਰਾਜ ਕੋਲ ਕਹਿੰਦੇ ਸਿਰਫ 4000 ਸੂਰਵੀਰਾਂ ਦਾ ਟੋਲਾ ਹੈ, ਜੱਥਾ ਹੈ। ਚਾਰੋਹ ਕਰੇ ਸ਼ੇਰ ਸਮ ਬੋਲ। ਚਾਰੇ ਮਹਾਰਾਜ ਨੇ ਕਹਿੰਦੇ ਬੁਲਾ ਕੇ ਸ਼ੇਰਾਂ ਵਾਂਗੂ ਤਿਆਰ ਪਰ ਤਿਆਰ ਕੀਤੇ ਹੋਏ ਆ। ਸੁਨ ਕਰ ਬਾਤ ਦੂਤ ਕੇ ਸਾ।
ਸਾਚੇ। ਇਸ ਤਰ੍ਹਾਂ ਹਸਨ ਖਾਨ ਦੇ ਸੱਚੇ ਬਚਨ ਸੁਣ ਕੇ ਤੁਰਕ ਤੁਰਕ ਪਤ ਸਭ ਰੇਸ ਰਾਚੇ। ਜਿੰਨੇ ਮੁਸਲਮਾਨ ਲਲਾ ਵੇਖ ਸਮੇਰ ਸਾਰੇ ਕਹਿੰਦੇ ਗੁੱਸੇ ਵਿੱਚ ਰਚ ਗਏ। ਇਹੋ ਕਿਆ ਮੂਰਖ ਕਰਤ ਬਖਾਨ। ਹਸਨ ਖਾਨ ਮੂਰਖ ਵੀ ਕੀ ਕਹੀ ਜਾ ਰਿਹਾ ਹੈ। ਵੱਡ ਜੋਧਾ ਹਉ ਬਿਦਤ ਜਹਾਨ। ਮੈਂ ਜਿਹੜਾ ਲਲਾ ਵੇਗ ਹੈ ਸੰਸਾਰ ਦੇ ਵਿੱਚ ਬਹੁਤ ਵੱਡਾ ਜੰਗੀ ਯੋਧਾ ਪ੍ਰਗਟ ਹਾਂ। ਕਈ ਜੰਗ ਮੈਂ ਰਿਪ ਗਨ ਹਤੇ। ਕਹਿੰਦੇ ਕਈ ਜੰਗ ਕਰਕੇ ਮੈਂ ਬੇਅੰਤ ਬੈਰੀ ਮਾਰੇ। ਕਰ ਪੁਰਸ਼ਾਰਥ ਲੀਨ ਸਫਤੇ। ਉਦਮ ਕਰਕੇ ਹਮੇਸ਼ਾ ਮੈਂ ਫਤਿਹ ਪ੍ਰਾਪਤ ਕੀਤੀ ਹੈ। ਪਾਨ ਬਾਹਨੀ ਕੋ ਕਰ ਰਹਿਓ। ਕਹਿੰਦੇ ਫੌਜਾਂ ਸਮੇਤ ਦੇ ਕਹਿੰਦੇ ਸ਼ਰਾਬ ਪੀ ਰਿਹਾ ਸੀ ਲਲਾ ਵੇ। ਸੁਨ ਤੋ ਦੂਤ ਤੇ ਰਿਸ ਕਰ ਕਹਿਓ। ਹਸਨ ਖਾਨ ਦੂਤ ਤੋਂ ਸੁਣ ਕੇ ਗੁੱਸਾ ਕਰਕੇ ਆਖਿਆ ਇਹ ਕੁਛ ਗੁਰ ਤੇ ਲੈ ਕਰ ਆਇਓ। ਕਹਿੰਦਾ ਵੀ ਸੂਰਬੀਰੋ ਜਿਹੜਾ ਹਸਨ ਖਾਨ ਸਾਡਾ ਦੂਤ ਸੀ ਕੋਈ ਮਹਾਰਾਜ ਤੋਂ ਕਹਿੰਦੇ ਮਾਇਆ ਵੱਡੀ ਲੈ ਕੇ ਆ ਗਿਆ ਹੈ। ਕਹਿ ਕਰ ਚਾਹਤ ਹਮੈ ਡਰਾਇਓ। ਇਸ ਕਰਕੇ ਇਹੋ ਜੀਆਂ ਗੱਲਾਂ ਕਹਿ ਕੇ ਸਾਨੂੰ ਕਹਿੰਦੇ ਡਰਾਇਆ ਚੜਾਉਂਦਾ ਹੈ। ਦੁਸ਼ਮਨ ਕੋ ਪੱਖੀ ਇਹ ਜਾਨਾ। ਇਹ ਜਾਣਿਆ ਜਾਂਦਾ ਵੀ ਸਾਡੇ ਜਿਹੜੇ ਗੁਰੂ ਬੈਰੀ ਉਹਨਾਂ ਦਾ ਇਹ ਪੱਖੀ ਹੈ। ਤਿਸ ਕੀ ਜੀਤ ਹਮੈ ਚਹਿਹਾਨਾ। ਉਹਨਾਂ ਦੀ ਜਿੱਤ ਫਤਿਹ ਚਾਹੁੰਦਾ ਸਾਨੂੰ ਮਰਵਾਇਆ ਚਾਹੁੰਦਾ ਹੈ। ਪਨ ਹੀ ਮਾਰਹੁ ਦੇਹ ਨਿਕਾਸੀ। ਲਲਾ ਬੇਗ ਆਪਣੇ ਸੂਰਵੀਰਾਂ ਨੂੰ ਕਹਿੰਦਾ ਇਹਦੇ ਛਿੱਤਰ ਮਾਰੋ ਤੇ ਬਾਹਰ ਮੱਡੋ ਇਹਨੂੰ। ਬਹੁਰ ਨ ਕਹੈ ਆਨ ਕੋ ਪਾਸੀ। ਜਿਸ ਕਰਕੇ ਇਹਦੇ ਵਰਗਾ ਆ ਕੇ ਫਿਰ ਇਹੋ ਜੀਆਂ ਗੱਲਾਂ ਬਾਤਾਂ ਨਾ ਆਖੇ। ਗੁਰ ਤਾਰੀਫ ਕਰ ਨਿੰਦ ਹਮਾਰੀ। ਗੁਰੂ ਦੀ ਹਸਤੀ ਵਡਿਆਈ ਕਰਦਾ ਸਾਡੀ ਨਿੰਦਿਆ ਬਦਨਾਮੀ ਪਿੱਟਦਾ ਹੈ। ਕਹਾ ਮਤੀ ਇਨ ਮੂਡ ਵਿਚਾਰੀ। ਮੂਰਖ ਨੇ ਕੀ ਇਹ ਕਹਿੰਦੇ ਇਹੋ ਜੀ ਅਕਲ ਮਤ ਵਿਚਾਰ ਲਈ ਹੈ। ਇਮ ਕਹਿ ਮਾਰਤ ਖੇਦ ਮਦੇਰਾ। ਇਸ ਤਰ੍ਹਾਂ ਕਹਿ ਕੇ ਕਹਿੰਦੇ ਮਾਰ ਕੇ ਇਹਨੂੰ ਕਹਿੰਦੇ ਖਦੇੜ ਦਿੱਤਾ ਭਜਾ ਦਿੱਤਾ ਨਠਾ ਦਿੱਤਾ ਹੈ। ਜਾਨ ਅਨਾਦਰ ਬਹੁ ਨਿਜ ਕੇਰਾ। ਬਹੁਤਾ ਆਪਾ ਨਰਾਦਰ ਜਾ ਹੋਇਆ ਜਾਣ ਕਰਕੇ ਗੁਰੂ ਪੀਰ ਕੇ ਨਿਕਟ ਸਿਧਾਉ। ਵਿਚਾਰਦਾ ਵੀ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਮੈਂ ਚਲਾ ਜਾਵਾਂ। ਬਾਛਤ ਤਿੰਨ ਤੇ ਬਾਰ ਪਾਉ। ਉਹਨਾਂ ਕੋਲੋਂ ਮਨ ਭਾਉਂਦਾ ਜਿਹੜਾ ਮੈਂ ਬਾਰੇ ਪਾਵਾਂ। ਸੁਮਤਵੰਤ ਇਮ ਹਿਰਦੈ ਵਿਚਾਰਾ। ਕਿਉਂਕਿ ਹਸਨ ਖਾਨ ਚੰਗਾ ਅਕਲ ਵਾਲਾ ਸੀ ਹਿਰਦੇ ਵਿੱਚ ਸੋਚਿਆ ਵਿਚਾਰਿਆ। ਸ਼ੀਗਰ ਗੁਰੂ ਕੇ ਨਿਕਟ ਸਿਧਾਰਾ। ਫੇਰ ਕੀ ਬੜੀ ਛੇਤੀ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਚਲਾ ਗਿਆ। ਕਹਿ ਨਿਜ ਨਾਮ ਬੂਝ ਕਰ ਕਹਿਓ। ਆਪਣਾ ਨਾਮ ਦੱਸ ਕੇ ਸਮਝ ਕੇ ਕਿਹਾ ਹੈ। ਸੀਸ ਨਿਵਾਏ ਸਮੁਖ ਗੁਰ ਭਇਓ। ਸੀਸ ਨਿਵਾ ਕੇ ਸਤਿਗੁਰੂ ਦੇ ਸਾਹਮਣੇ ਹੋਇਆ ਹੈ। ਆਨ ਭਰਿਓ ਮੈਂ ਰਾਵਰ ਸ਼ਰਨੀ। ਕਹਿਣ ਲੱਗਾ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਆ ਪਿਆ ਹਾਂ। ਜਾਏ ਪ੍ਰਸ਼ੰਸਾ ਤਿੰਨ ਢਿਗ ਬਰਨੀ। ਮਹਾਰਾਜ ਲਲਾ ਵੇਗ ਸੂਬੇ ਕੋਲ ਤੁਹਾਡੀ ਜਾ ਕੇ ਮੈਂ ਮਹਿਮਾ ਵਡਿਆਈ ਕਰ ਦਿੱਤੀ। ਸਹਿ ਨਾ ਸਕੇ ਮਤ ਮੰਦ ਗੁਮਾਨੀ। ਉਹ ਮਾਰਾ ਭੈੜੀ ਮਤ ਵਾਲੇ ਹੰਕਾਰੀ ਤੁਹਾਡੀ ਮਹਿਮਾ ਸਹਾਰ ਨਹੀਂ ਸਕੇ। ਮਾਰਿਓ ਮੋਹ ਕਟਕ ਕਹਿ ਬਾਨੀ। ਮੈਨੂੰ ਤਾਂ ਮਾਰਾ ਕੋੜੇ ਬਚਨ ਕਹਿ ਕੇ ਉਹਨਾਂ ਨੇ ਬੜਾ ਮਾਰਿਆ ਕੁੱਟਿਆ ਹੈ। ਰਾਖੋ ਲਾਜ ਪੀਰ ਜੀ ਮੋਰੀ। ਏ ਗੁਰੂ ਹਰਗੋਬਿੰਦ ਸਾਹਿਬ ਪੀਰਾਂ ਦੇ ਪੀਰ ਮੇਰੀ ਲੱਜਿਆ ਇੱਜ਼ਤ ਵਰੋ ਰੱਖ ਲਵੋ। ਨਹੀਂ ਅਲੰਬ ਰਹਿਓ ਅਬ ਹੋਰੀ। ਹੋਰ ਤਾਂ ਮੈਨੂੰ ਮਾਰਾ ਕਿਸੇ ਦਾ ਹੁਣ ਸਹਾਰਾ ਆਸਰਾ ਨਹੀਂ ਰਿਹਾ ਹੈ। ਕਿਰਪਾ ਨਿਧਾਨ ਕਿਰਪਾ ਸੁਨ ਕਰੀ। ਕਿਰਪਾ ਦੇ ਖਜ਼ਾਨਾ ਸਤਿਗੁਰੂ ਜੀ ਸੁਣ ਕੇ ਦੇ ਤੇ ਕਿਰਪਾ ਕਰ ਦਿੱਤੀ। ਹਮ ਹਿਤ ਲਖਿਓ ਮਾਰ ਇਸ ਪਰੀ। ਕਿਉਂਕਿ ਮਹਾਰਾਜ ਨੇ ਜਾਣਿਆ ਵੀ ਸਾਡੇ ਕਾਰਨ ਕਰਕੇ ਇਹਦੇ ਤੇ ਮਾਰ ਪਈ ਹੈ। ਮ੍ਰਿਦੁਲ ਬਾਕ ਕਹਿ ਦੀਨ ਸਤੀਰ। ਬਹੁਤ ਹੀ ਕੋਮਲ ਬਚਨ ਕਹਿ ਕੇ ਇਹਨੂੰ ਧੀਰਜ ਹੌਸਲਾ ਦਿੱਤਾ। ਪਿਖ ਹੋ ਜੰਗ ਰਹਿ ਕਰ ਤੁਮ ਤੀਰ। ਮਹਾਰਾਜ ਕਹਿੰਦੇ ਹਸਨ ਖਾਨ ਵੀ ਸਾਡੇ ਕੋਲ ਰਹਿ ਕੇ ਤੂੰ ਜੰਗ ਯੁੱਧ ਵੇਖ। ਜੋਧ ਨਿਕਟ ਬੈਠੇ ਤਬ ਭਾਖਿਓ। ਯੋਧ ਰਾਏ ਆਦ ਕੋਲ ਬੈਠੇ ਸੀ ਉਹਨਾਂ ਨੇ ਤਦੋਂ ਸਤਿਗੁਰੂ ਜੀ ਨੂੰ ਕਿਹਾ ਨੀਕੀ ਨਹੀਂ ਨਿਕਟ ਇਸ ਰਾਖਿਓ। ਮਹਾਰਾਜ ਜਿਹੜਾ ਇਹਨੂੰ ਹਸਨ ਖਾਨ ਤੁਸੀਂ ਆਪਣੇ ਕੋਲ ਰਿਹਾ ਸਾਡੇ ਵਾਸਤੇ ਤਾਂ ਇਹ ਚੰਗੀ ਗੱਲ ਨਹੀਂ ਹੋਵੇਗੀ। ਛਲ ਕੋ ਕਰਤ ਰਹਿ ਦਲ ਬੀਚ।
ਮਹਾਰਾਜ ਸਾਡੇ ਦਲ ਵਿੱਚ ਰਹਿੰਦਾ ਏ ਛਲ ਫਲੇਬ ਕਰਦਾ ਰਹੇਗਾ। ਦੇਖ ਭੇਤ ਕਹਿ ਤੁਰਕਨ ਨੀਚ, ਇਹ ਜਿਹੜਾ ਨੀਚ ਹੈ ਨਾ ਦੇਖ ਕੇ ਤੁਰਕਾਂ ਨੂੰ ਭੇਤ ਦੇਵੇਗਾ। ਬਿਗਸਤ ਕਹਿਓ ਗੁਰੂ ਸੁਨ ਜੋਧ, ਜੋਧ ਰਾਏ ਤੋਂ ਸੁਣ ਕੇ ਸਤਿਗੁਰੂ ਨੇ ਕਿਹਾ ਹੱਸ ਕੇ ਵੀ ਸੁਣ ਲਾ। ਹਮ ਜਸ ਸੁਨ ਕਰ ਤੁਰਕ ਸਕ੍ਰੋਧ, ਸਾਡਾ ਜਸ ਸੁਣ ਕੇ ਉਹ ਮੁਸਲੇ ਕ੍ਰੋਧ ਵਿੱਚ ਆ ਗਏ ਹੈ। ਆਨ ਪਰੈ ਕੋ ਸ਼ਰਨ ਜਦਾਈ, ਮਹਾਰਾਜ ਕਹਿੰਦੇ ਜਦੋਂ ਵੀ ਆ ਕੇ ਸਾਡੀ ਕੋਈ ਸ਼ਰਨ ਪੈ ਜਾਏ, ਨਹਿ ਤਿਆਗਨ ਮੈਂ ਕਾਰਾਂ ਕਦਾਈ। ਵੀ ਉਹ ਜਿਹੜਾ ਸ਼ਰਨ ਪਿਆ ਉਹਦਾ ਅਸੀਂ ਕਦੇ ਖਹਿੜਾ ਨਹੀਂ ਛੱਡਦੇ ਹਾਂ। ਇਹਾ ਨ ਰਛਿਆ ਕਰ ਦਿਖ ਇਹ ਰਾਵਾ, ਜੋਧ ਰਾਏ ਸ਼ਰਨ ਪੈ ਦੀ ਜੀ ਇੱਥੇ ਨਹੀਂ ਅਸੀਂ ਰੱਖਿਆ ਕਰਕੇ ਦਿਖਾਵਾਂਗੇ। ਤੋ ਜਮ ਤੇ ਮੈਂ ਕਹਾ ਵਿਚਾਰ, ਫੇਰ ਜਦੋਂ ਜਮਾਂ ਦੇ ਬਸ ਪਿਆ ਹੋਵੇਗਾ ਉੱਥੇ ਭਲਾ ਅਸੀਂ ਕਿਵੇਂ ਕਿਸੇ ਨੂੰ ਬਚਾਵਾਂਗੇ। ਐਸੋ ਬਿਰਦ ਜਾਨੀਐ ਮੋਹਿ, ਮਹਾਰਾਜ ਕਹਿੰਦੇ ਜੋਧ ਰਾਏ ਸਾਡਾ ਇਹ ਬਿਰਦ ਸੁਭਾਅ ਐਸਾ ਹੈ ਜਾਣ ਲੈ। ਸੋ ਸਭ ਸਾਚ ਸੁਣਾਵਾਂ ਤੋ ਉਹ ਤੇਰੇ ਕੋਲੇ ਕਹਿੰਦੇ ਐ ਸੱਚੋ ਸੱਚ ਸੁਣਾਉਣੇ ਅੱਜ। ਬਿਨ ਆਲੰਬ ਹੋਏ ਦੀਨ ਲਚਾਰੀ, ਜਿਹੜਾ ਬਿਨਾ ਆਸਰੇ ਤੋਂ ਹੋ ਕੇ ਬਹੁਤ ਆਜ ਨਿਮਾਣਾ ਬੇਵਹਜਾ ਹੋ ਕੇ ਕਹੈ ਜੋ ਮੈਂ ਅਬ ਸ਼ਰਨ ਤੁਮਾਰੀ। ਇਉਂ ਕਹਿ ਦੇਵੇ ਹੱਸੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਹੁਣ ਮੈਂ ਤੁਹਾਡੀ ਸ਼ਰਨਾ ਤੁਹਾਡਾ ਹਾਂ। ਤਿਸ ਕੀ ਰਸ਼ਿਆ ਔਰ ਅਬ ਲਾਖੋ, ਕਹਿੰਦੇ ਜਿਹੜਾ ਸ਼ਰਨ ਪੈ ਗਿਆ ਉਹਦੀ ਰੱਖਿਆ ਕਰਨ ਵਾਸਤੇ ਅਸੀਂ ਹਮੇਸ਼ਾ ਚਾਹੁੰਦੇ ਹਾਂ। ਕਿਆ ਨਰ ਬਪਰਾ ਜਮ ਤੇ ਰਾਖੋ, ਮਨੁੱਖ ਵਿਚਾਰਾ ਕੀ ਹੈ ਵੀ ਉਹਨੂੰ ਵਿਗਾੜ ਸਕੇ, ਉਹ ਜਮਾਂ ਦੇ ਬਸ ਪਿਆ ਵੀ ਉਹਨੂੰ ਬਚਾ ਲਵਾਂਗੇ। ਲੈ ਭੇਤ ਤੋ ਕਿਆ ਹੋਏ ਮੇਰਾ, ਬਾਕੀ ਕਹਿੰਦੇ ਜੇ ਸਾਡਾ ਫੌਜ ਦਾ ਭੇਤ ਲੈ ਲੈ ਸਾਡਾ ਕੀ ਭਲਾ ਹੋ ਜਾਊਗਾ। ਹਤੋ ਛਿਨਕ ਮਹਿ ਦਲ ਰਿਪ ਕੇਰਾ, ਅਸੀਂ ਚਾਹੀਏ ਤਾਂ ਇੱਕ ਛਿਨ ਵਿੱਚ ਹੀ ਬੈਰੀਆਂ ਦਾ ਦਲ ਮਾਰ ਦਿਆਂਗੇ। ਦਿਓ ਮਾਲਕੀ ਕਾਬਲ ਸਾਰੀ। ਮਹਾਰਾਜ ਕਹਿੰਦੇ ਇਹ ਜਿਹੜਾ ਸ਼ਰਨਾ ਪਿਆ ਇਹਨੂੰ ਤਾਂ ਕਾਬਲ ਦੀ ਅਸੀਂ ਮਾਲਕੀ ਦੇ ਇਹਨੂੰ ਸੂਬਾ ਬਣਾਵਾਂਗੇ ਉੱਥੋਂ ਦਾ। ਇਹ ਉਮਰਾਵ ਕਰੋ ਤਿੰਨ ਮਾਰੀ, ਆ ਜਿਹੜਾ ਲਲਾ ਬੇਗ ਨੂੰ ਮਾਰ ਕੇ ਉੱਥੋਂ ਦਾ ਅਹਿਲਕਾਰੇ ਹਸਨ ਖਾਨ ਨੂੰ ਕਰ ਦਿਆਂਗੇ। ਮਨ ਸਭ ਸ਼ਾਹ ਸਮੀਪ ਦਿਵਾਉ, ਹਾਂ ਮਹਾਰਾਜ ਕਹਿੰਦੇ ਜਿਹੜਾ ਸ਼ਾਹਜਹਾਂ ਉਹਦੇ ਮਨ ਨੂੰ ਪ੍ਰੇਰ ਕੇ ਉੱਥੋਂ ਦਾ ਉਹਦਾ ਇਹਨੂੰ ਦਵਾ ਦੇਵਾਂਗੇ। ਇਸ ਤੇ ਕਾਬਲ ਰਾਜ ਕਰਾਉ, ਹਾਂ ਜਿਹਨੂੰ ਚਾਟਾ ਛਕਾ ਕੇ ਮਾਰ ਕੇ ਕੁੱਟ ਕੇ ਛੱਡਿਆ ਇਹ ਤੋਂ ਕਾਬਲ ਦਾ ਰਾਜ ਭਾਗ ਕਰਵਾਵਾਂਗੇ। ਬਿਸਮੇ ਸਭ ਸੁਨ ਹੈ ਕੈ ਬਚ ਐਸਾ, ਹਾਂ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਸਾਰੇ ਅਚਰਜ ਹੋ ਗਏ। ਕਹਿਣ ਲੱਗੇ ਆਪੋ ਵਿੱਚ ਹੀ ਇਹ ਤੋ ਭਾਇਓ ਬਭੀਖਨ ਜੈਸਾ, ਕਹਿੰਦੇ ਉਹ ਬਈ ਲਲਾ ਵੇਗ ਤਾਂ ਰੋਣ ਵਰਗਾ ਹੈ, ਇਹ ਜਿਹੜਾ ਹਸਨ ਖਾਏ ਤਾਂ ਭੀਖਣ ਵਰਗਾ ਹੋ ਗਿਆ ਹੈ। ਆਨ ਮਿਲਿਓ ਸਲਤਾ ਪਤ ਓਰੇ ਓਰੇ, ਹਾਂ ਇਸ ਤਰ੍ਹਾਂ ਕਹਿੰਦੇ ਜਿਹੜਾ ਹੈ ਸਲਪਾ ਨਦੀ ਹੈ ਉਹ ਉਸ ਤਰਫ ਆ ਕੇ ਮਿਲਿਆ ਹੈ। ਲੰਕਾ ਪਤ ਸ੍ਰੀ ਰਾਗਬਾਰ ਕਰੇ, ਜਿਵੇਂ ਸਮੁੰਦਰ ਤੋਂ ਉਰੇ ਆ ਕੇ ਦੂਸਰੇ ਪਾਸੇ ਆ ਕੇ ਭੀਖਣ ਮਿਲਿਆ ਸੀ ਨਾ ਰਾਮ ਜੀ ਨੂੰ। ਕਹਿੰਦੇ ਇਸ ਤਰ੍ਹਾਂ ਹੀ ਹਰੀ ਕੇ ਪੰਦਰ ਤੋਂ ਪਹਿਲਾਂ ਆ ਕੇ ਮਹਾਰਾ ਨੂੰ ਆ ਕੇ ਮਿਲ ਗਿਆ ਇਹ ਦੂਤ। ਸੁਨ ਕਰ ਜੋਧ ਬੰਦਨਾ ਕੀਨ, ਹਾਂ ਗੁਰੂ ਮਹਾਰਾਜ ਤੋਂ ਬਚਨ ਸੁਣ ਕੇ ਜੋਧ ਰਾਏ ਨੇ ਨਮਸਕਾਰ ਕੀਤੀ। ਰਾਮ ਚੰਦ ਇਹ ਰੂਪ ਸੁਚੀਨ, ਜਾਣ ਲਿਆ ਵੀ ਇਹ ਰਾਮਚੰਦਰ ਦਾ ਸਰੂਪ ਹੈ ਗੁਰੂ ਹਰਗੋਬਿੰਦ ਸਾਹਿਬ ਜੀ। ਇਸ ਸਮੇਂ ਸਭ ਮਹਿ ਭਇਓ ਬਿਦਤ ਬਿਰਤਾਂਤ, ਸਾਰਿਆਂ ਵਿੱਚ ਪ੍ਰਸੰਗ ਪ੍ਰਗਟ ਹੋ ਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਹਸਨ ਖਾਨ ਨੂੰ ਕਾਬਲ ਦਾ ਸੂਬਾ ਬਣਾਉਣਾ ਹੈ। ਸ੍ਰੀ ਸਤਿਗੁਰ ਕੀਨੋ ਜਿਸ ਭਾਂਤ, ਤੇ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਬਰਰੂ ਬਚਨ ਕੀਤਾ ਸੀ ਧੰਨ ਧੰਨ ਸਭ ਬਦਨ ਉਚਾਰੇ, ਸਾਰੇ ਇੱਕ ਦੂਸਰੇ ਤੋਂ ਸੁਣ ਕੇ ਮੁਖੋਂ ਵੀ ਧੰਨ ਹੈ ਮਹਾਰਾ ਧੰਨ ਹੈ ਉਹ ਕਹਿ ਰਹੇ। ਦੀਨ ਦਿਆਲ ਕੋ ਬਿਰਦ ਵਿਚਾਰੇ, ਇਹ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਦਾ ਬਿਰਦ ਹੀ ਹੈ, ਸੁਭਾਅ ਵੀ ਵਿਚਾਰਿਆ ਜਾਂਦਾ ਹੈ। ਅਰਧ ਰਾਤ ਹੋਈ ਤਬ ਆਏ, ਇਹਨੇ ਨੂੰ ਕਹਿੰਦੇ ਅੱਧੀ ਕੁ ਰਾਤ ਹੋਈ ਆਈ ਹੈ। ਕਹਿਤ ਹਸਨ ਖਾਂ ਰਿਪ ਸਮਦਾਏ, ਉਸ ਵੇਲੇ ਹਸਨ ਖਾਂ ਕਹਿਣ ਲੱਗਿਆ ਮਾਰਾ ਬੈਰੀ ਬਹੁਤ ਪਹੁੰਚੇ ਜਾਨੋ ਰਖੀਐ
ਤਿਆਰੀ ਮਾਰਾ ਤਿਆਰੀ ਰੱਖੋ ਪਰ ਹੁਣ ਪੁੱਜੇ ਜਾਣਾ ਬੀਚ ਤਫੰਗਦ ਗੋਰਨ ਡਾਰੀ ਬਲੂਕਾਂ ਵੀ ਦੋ ਗੋਲੀਆਂ ਪਾ ਕੇ ਤਿਆਰ ਰੱਖੀਏ ਜੀ ਸਭ ਦਲ ਮਹਿਨਾਰ ਸਤਗੁਰ ਫੇਰਾ ਗੁਰੂ ਮਹਾਰਾਜ ਨੇ ਹਸਨ ਖਾਂ ਤੋਂ ਸੁਣ ਕੇ ਆਪਣੇ ਸਾਰੇ ਦਲ ਵਿੱਚ ਇੱਕ ਪੁਰਸ਼ ਨੂੰ ਫੇਰਿਆ ਹੈ ਸੋਬਟ ਸੁਚੇਤ ਬਨਹੋ ਇਸ ਬੇਰਾ ਮਹਾਰਾਜ ਨੇ ਵੀ ਕਿਹਾ ਸਾਰੇ ਸੂਰਵੀਰ ਸਾਵਧਾਨ ਬਣ ਠਣ ਜਾਓ 100 ਸੂਰ ਕੋ ਪਠਿਓ ਅਗਾਰੀ ਸੌਕ ਜਿਹੜਾ ਘੋੜ ਸਵਾਰ ਸੂਰਵੀਰ ਸੀ ਉਹਨੂੰ ਅੱਗਿਓਂ ਕਰ ਪਹਿਲਾਂ ਹੀ ਭੇਜ ਦਿੱਤਾ ਹੈ ਆਏ ਤੁਰਕ ਤਹ ਦੇਹ ਸੁਧ ਸਾਰੀ ਜਦੋਂ ਵੀ ਮੁਸਲਮਾਨ ਆਉਣ ਉਦੋਂ ਤੁਸੀਂ ਗੋਲੀਆਂ ਦੀ ਫੈਰ ਕਰਕੇ ਸਾਨੂੰ ਖਬਰਸਾਰ ਦਿਓ ਗੁਰ ਦਲ ਮਹਿ ਅੰਗੀਠੇ ਲਾਗੇ ਇਧਰ ਗੁਰੂ ਕੇ ਦਲ ਵਿੱਚ ਅੱਗ ਦੇ ਅੰਗੀਠੇ ਲੱਗੇ ਪਏ ਜਿਨਹੋ ਨਿਕਟ ਤੇ ਪਾਲੇ ਭਾਗੇ ਜਿਨ੍ਹਾਂ ਦੇ ਨੇੜੇ ਤੇੜੇ ਤੋਂ ਬਾਲਾ ਬਿਲਕੁਲ ਭਗੌੜਾ ਹੋ ਗਿਆ ਭੱਜ ਗਿਆ ਹੋਇਆ ਸ਼ਾਸਤਰਨ ਜੁਤ ਸਿਮਰਤ ਜਗਦੀਸ਼ ਸ਼ਾਸਤਰਾਂ ਸਹਿਤ ਤਿਆਰ ਬੈਠੇ ਪਰਮੇਸ਼ਰ ਨੂੰ ਸਿਮਰਨ ਯਾਦ ਕਰ ਰਹੇ ਮਿਲ ਥਿਤ ਕਿਤ 10 15 20 ਕਈ ਕਹਿੰਦੇ ਮਿਲ ਕੇ 10 ਬੈਠੇ ਟਿਕੇ ਹੋਏ ਆ ਕਿਤੇ 15 ਟਿਕੇ ਹੋਏ ਕਿਤੇ 20 ਬੈਠੇ ਆ ਸਭ ਸੁਭ ਟਨ ਕੇ ਤਨ ਬਿਨ ਪਾਲੇ ਸਾਰੇ ਸੂਰਵੀਰਾਂ ਦੇ ਜਿਹੜੇ ਸ੍ਰੀ ਪਾਲੇ ਤੋਂ ਬਗੈਰ ਹੈ ਹਤਨ ਰਿਪਨ ਸਾਵਧਾਨ ਵਿਸਾਲੇ ਬੈਰੀਆਂ ਨੂੰ ਮਾਰਨ ਵਾਸਤੇ ਪੂਰੇ ਹੀ ਸਾਵਧਾਨ ਹੋਏ ਬੈਠੇ ਨਿਸ ਮਹਿ ਤੁਰਕ ਚੜੇ ਸਭ ਆਏ ਉਧਰ ਜਿਹੜੇ ਮੁਸਲੇ ਆ ਰਾਤੋਂ ਰਾਤ ਕਹਿੰਦੇ ਚੜੇ ਚੜਾਏ ਸਾਰੇ ਆਏ ਜੜ ਸਮ ਸੀਤ ਕਰੇ ਨਰ ਪਾਏ ਠਰ ਪਾਏ ਜੜ ਸੰਸੀਤ ਕਰੇ ਠਰ ਪਾਏ ਕਹਿੰਦੇ ਜਿਵੇਂ ਜੜ ਹੁੰਦਾ ਨਾ ਕੋਈ ਜਿਵੇਂ ਦਰਖਤ ਪੱਥਰ ਇੱਕ ਥਾਂ ਟਿਕਿਆ ਹੁੰਦਾ ਹਿਲਚੁਲ ਨਹੀਂ ਹੁੰਦਾ ਕਹਿੰਦੇ ਠੰਡ ਨੇ ਕਹਿੰਦੇ ਉਹ ਠਾਰ ਕੇ ਪੈਰ ਪੂਰੇ ਸਾਰੇ ਜੜ ਸਮਾਨ ਕਰ ਦਿੱਤੇ ਪੱਥਰਾਂ ਵਾਂਗੂ ਕਰ ਦਿੱਤੇ ਹਿੱਲਣ ਜੋਗੇ ਨਹੀਂ ਰਹੇ ਹਨ ਇਸ ਤਰ੍ਹਾਂ ਜਿਵੇਂ ਇੱਥੇ ਦਲ ਆਇਆ ਰਾਤ ਨੂੰ ਤੇ ਰਾਤ ਨੂੰ ਇਹਨਾਂ ਨੇ ਲਲਾ ਵੇਗ ਨੇ ਕਹਿ ਕੇ ਵੀ ਹੱਲਾ ਬੋਲੋ ਤਾਂ ਕਿ ਦਿਨ ਚੜ੍ਹਦੇ ਨਾਲ ਅਸੀਂ ਗੁਰੂ ਨੂੰ ਫੜ ਕੇ ਲੈ ਜਾਈਏ ਉਹ ਜਿੰਨੀ ਭੁੱਖੀ ਤਿਹਾਈ ਫੌਜ ਹੈ ਹੱਕੀ ਇਹਨਾਂ ਸਾਰਿਆਂ ਨੂੰ ਢੋ ਦਿੱਤਾ ਹੈ ਇਧਰ ਗੁਰੂ ਕੇ ਸੂਰਵੀਰ ਐਨ ਸ਼ੇਰਾਂ ਵਾਂਗੂ ਤਿਆਰ ਸੀ ਬਾਜਾਂ ਵਾਂਗੂ ਤਿਆਰ ਸੀ ਸਾਰੇ ਟੁੱਟ ਕੇ ਪੈ ਗਏ ਦਿਨ ਚੜ੍ਹਦੇ ਨਾਲ ਅੱਧੀ ਫੌਜ ਦਾ ਫਾਹਾ ਵੱਢ ਦਿੱਤਾ ਸੀ ਉਹ ਜਿਵੇਂ ਵੀ ਜੰਗ ਯੁੱਧ ਇੱਥੇ ਗੁਰੂ ਸਰ ਮਹਾਰਾਜ ਵਾਲੀ ਜਗ੍ਹਾ ਹੋਇਆ ਉਹ ਪ੍ਰਸੰਗ ਕੱਲ ਨੂੰ ਇਹ ਸਾਰਾ ਪ੍ਰਾਰੰਭ ਹੋ ਜਾਏਗਾ ਆਪਾਂ ਸਰਵਣ ਕਰਕੇ ਲਾਹਾ ਲਵਾਂਗੇ ਹੁਣ ਸਮਾਂ ਹੋਇਆ ਜਿੱਥੇ ਹੀ ਸਮਾਪਤੀ ਹੈ ਜੀ ਸਭ ਸੁਭ ਟਨ ਕੇ ਤਨ ਬਿਨ ਪਾਲੇ ਹਤਨ ਰਿਪਨ ਸਾਵਧਾਨ ਵਿਸਾਲੇ ਨਿਸ ਮਹਿ ਤੁਰਕ ਚੜੇ ਸਭ ਆਏ ਜੜ ਸਮ ਸੀਤ ਕਰੇ ਠਰ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।